ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਹੋਈ ਹੈ ਜੋ ਗਰੀਬ ਨਵਾਜ ਪਾਤਸ਼ਾਹ ਨੇ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਇਤਿਹਾਸ ਦੀ ਜੋ ਕਥਾ ਦਾ ਸਮਾਂ ਹੈ, ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਕਿ ਲੜੀਵਾਰ ਜੋ ਕਥਾ ਚੱਲ ਰਹੀ ਹੈ। ਮਾਈ ਭਾਈ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੀਵਨ ਪ੍ਰਸੰਗ ਆਪ ਜੀ ਲੜੀ ਤਹਿਤ ਕੱਲ ਇਹ ਇਤਿਹਾਸ ਸਰਵਣ ਕੀਤਾ ਹੈ ਕਿ ਪੱਟੀ ਦੇ ਚੌਧਰੀ ਰਾਜਾ ਦੁਨੀ ਚੰਦ ਦੀ ਲੜਕੀ, ਜਿਹਦਾ ਨਾਂ ਰਾਜ ਕੌਰ ਸੀ, ਜਿਸ ਨੂੰ ਗ੍ਰੰਥਾਂ ਵਿੱਚ ਰਜਨੀ ਕਿਹਾ, ਉਹ ਆਪਣੇ ਪਿੰਗਲੇ ਕੋਹੜੀ ਪਤੀ ਨੂੰ ਲੈ ਕੇ ਉਸ ਜਗ੍ਹਾ ਪਹੁੰਚੀ ਜਿੱਥੇ ਗੁਰਮੁਖ ਦੁੱਖ ਭੰਜਨੀ ਬੇਰੀ ਸਾਹਿਬ ਸਥਾਨ ਹੈ। ਉਸ ਜਗ੍ਹਾ ਤੇ ਉਹਦੀ ਖਾਰੀ ਰੱਖ ਕੇ ਆਪ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਲੈਣ ਗਈ ਤਾਂ ਉਸ ਪਿੰਗਲੇ ਕੋਹੜੀ ਨੇ ਇੱਧਰ ਕੀ ਵੇਖਿਆ ਕਿ ਜੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਹੜਾ ਥੋੜਾ ਜੇ ਸਰੋਵਰ ਦੀ ਖੁਦਾਈ ਕਰਵਾਈ ਸੀ, ਉਹ ਕਾਰ ਸੇਵਾ ਉੱਥੇ ਹੀ ਰੁਕੀ ਹੋਈ ਸੀ ਤੇ ਉਹਦੇ ਵਿੱਚ ਇੱਕ ਟੋਭੇ ਦੀ ਤਰ੍ਹਾਂ ਉਹ ਸਰੋਵਰ ਦੀ ਉਸ ਸਮੇਂ ਹਾਲਤ ਸੀ। ਪਾਣੀ ਜਿਹੜਾ ਸੀ ਪਹਿਲਾਂ ਖੁਦਾਈ ਤੋਂ ਬਾਅਦ ਫਿਰ ਬਾਰਿਸ਼ਾਂ ਦਾ ਸਮਾਂ ਆਇਆ ਤੇ ਇਧਰੋਂ ਉਧਰੋਂ ਇਕੱਠਾ ਹੋਇਆ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਬਚਨਾਂ ਸਦਕਾ ਤੇ ਉਸ ਪਾਣੀ ਉਸ ਜਲ ਤੇ ਬਚਨ ਦੀ ਕਰਾਮਾਤ ਹੋਈ ਕਿ ਉਹ ਅੰਮ੍ਰਿਤ ਹੋਇਆ। ਅੰਮ੍ਰਿਤ ਜੋ ਮ੍ਰਿਤੂ ਤੋਂ ਰਹਿਤ ਕਰ ਦਿੰਦਾ ਹੈ, ਤਾਂ ਉਸ
ਹੁਣ ਉਹ ਜਗ੍ਹਾ ਜੋ ਸਰੋਵਰ ਥੋੜਾ ਖੁਦਾਈ ਹੋਈ ਸੀ, ਜਿਹਦੀਆਂ ਕਾਫੀ ਨਿਸ਼ਾਨੀਆਂ ਵੀ ਮਿਟ ਚੁੱਕੀਆਂ ਸਨ, ਜਿਹੜਾ ਜਲ ਉੱਥੇ ਸੀ ਉਹ ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਅੰਮ੍ਰਿਤ ਦੀ ਤਾਕਤ ਹੈ ਕਿ ਕਾਂ ਇਸ਼ਨਾਨ ਕਰਦੇ, ਕਾਂ ਚੁੰਝ ਭਰਦੇ, ਹਿਰਦਾ ਪਵਿੱਤਰ ਹੋਇਆ ਤੇ ਉਹਨਾਂ ਦੇ ਮਨ ਵਿੱਚ ਵੀ ਆਇਆ ਇਸ਼ਨਾਨ ਕੀਤਾ ਜਾਵੇ। ਜਦੋਂ ਗੁਰਮੁਖੋ ਇਸ਼ਨਾਨ ਕੀਤਾ ਤੇ ਉਹਨਾਂ ਦਾ ਰੰਗ ਚਿੱਟਾ ਹੋ ਗਿਆ, ਹੰਸ ਬਣ ਗਏ। ਇਹ ਵੇਖ ਕੇ ਪਿੰਗਲਾ ਕੋਹੜੀ ਉਹ ਵੀ ਰੁੜ ਕੇ ਵਿੱਚ ਚਲਿਆ ਗਿਆ, ਇਸ਼ਨਾਨ ਕੀਤਾ ਤੇ 9x9 ਹੋ ਗਿਆ। ਬਹੁਤ ਸੋਹਣਾ ਸੁਨੱਖਾ ਨੌਜਵਾਨ ਖਾਰੀ ਮੂਧੀ ਮਾਰ ਕੇ ਉੱਪਰ ਬੈਠ ਗਿਆ। ਉਦੋਂ ਨੂੰ ਰਜਨੀ ਪ੍ਰਸ਼ਾਦਾ ਲੈ ਕੇ ਪਹੁੰਚੀ। ਦੂਰੋਂ ਹੀ ਵੇਖ ਕੇ ਇਹ ਭਰਮ ਪਿਆ ਕਿ ਇਹਨੇ ਮੇਰਾ ਪਤੀ ਮਾਰ ਦਿੱਤਾ ਹੈ ਮੇਰੇ ਹਿੱਤ ਵਾਸਤੇ, ਇਹ ਮੈਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਰੌਲਾ ਪਾਇਆ, ਕੁਝ ਲੋਕ, ਕੁਝ ਗੁਰਸਿੱਖ ਵੀ ਇਕੱਠੇ ਹੋ ਗਏ। ਤਾਂ ਸਾਰੀ ਗੱਲਬਾਤ ਪਤਾ ਕਰਨ ਤੋਂ ਬਾਅਦ ਇਹ ਗੁਰਸਿੱਖਾਂ ਕਿਹਾ ਵੀ ਉਸ ਬੱਚੀ ਨੂੰ, ਰਜਨੀ ਨੂੰ, ਕਿ ਭਾਈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਜੋ ਫਿਰ ਇਸ ਗੱਲ ਦਾ ਨਿਰਣਾ ਕਰ ਸਕਦੇ ਹੈ। ਇਹ ਦੋਵੇਂ ਉਹਨਾਂ ਪੁਰਸ਼ਾਂ, ਸੰਗਤਾਂ, ਕੁਝ ਗੁਰਸਿੱਖ ਨੇ, ਕੁਝ ਹੋਰ ਉੱਥੋਂ ਦੇ ਰਾਹੀ ਪਾਂਧੀ, ਉਹਨਾਂ ਨਾਲ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਕੋਲ ਆਏ ਹੈ। ਤਾਂ ਦੀਵਾਨ ਵਿੱਚ ਹਾਜ਼ਰ ਹੋ ਕਰਕੇ ਆਪੋ ਆਪਣੀ ਬਿਰਥਾ ਦੱਸੀ। ਜਿਹੜਾ ਪਿੰਗਲਾ ਕੋਹੜੀ ਰੋਗ ਹੋਇਆ ਉਹ ਕਹਿੰਦਾ ਜੀ ਮੈਂ ਹੀ ਹਾਂ ਇਸ ਦਾ ਪਤੀ। ਮੈਂ ਸਾਰੀਆਂ ਨਿਸ਼ਾਨੀਆਂ ਵੀ ਦੱਸਤੀਆਂ, ਕਿਵੇਂ ਸਾਡਾ ਵਿਵਾਹ ਹੋਇਆ, ਕੀ ਕਾਰਨ ਸੀ, ਕਿਉਂ ਹੋਇਆ। ਫਿਰ ਵੀ ਰਜਨੀ ਕਹਿੰਦੀ ਮਹਾਰਾਜ ਹੁਣ ਮੈਂ ਪੂਰਨ ਤੌਰ ਤੇ ਕੀ ਜਾਣਾ, ਭਾਵੇਂ ਸਾਰੀਆਂ ਨਿਸ਼ਾਨੀਆਂ ਤੇ ਸਹੀ ਦੱਸਦਾ ਹੈ, ਪਰ ਨਿਰਣਾ ਤੇ ਮਹਾਰਾਜ ਤੁਸੀਂ ਕਰ ਸਕਦੇ ਹੋ। ਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਪੁਨ ਗੁਰ ਪਿੰਗਲ ਕੋ ਅਸ ਪ੍ਰਾਹਿਓ ਤੁਮ ਭੀ ਆਪਨ ਪ੍ਰਸੰਗ ਸੁਨਾਇਓ, ਤਿਸ ਨੇ ਆਪਨ ਬਰਤੰਤ ਜਨਾਇਓ, ਸੁਨ ਸਿੱਖ ਸੰਗਤ ਵਿਸਮਹਿ ਪਾਇਓ। ਸਾਰੀ ਗੱਲ ਦੱਸੀ ਕਿ ਮਹਾਰਾਜ ਆ ਜਗ੍ਹਾ ਬੇਰੀ ਖੜੀ ਹੈ, ਮੈਂ ਤੇ ਉੱਥੇ ਇਸ਼ਨਾਨ ਕਰਕੇ ਆਏ ਕਾਵਾਂ ਨੂੰ ਵੇਖਿਆ ਤੇ ਮੈਂ ਵੀ ਇਸ਼ਨਾਨ ਕਰ ਲਿਆ, ਉੱਥੇ 9x9 ਹੋਇਆ ਹਾਂ। ਆਓ ਅਗਲਾ ਇਤਿਹਾਸ ਪ੍ਰੇਮ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰ ਅਰਜਨ ਬਾਕ ਬਖਾਨਾ। ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਬਚਨ ਕਹੇ ਹਨ, ਬੈਠੋ ਸ਼ਬਦ ਸੁਨੋ ਨਿਜ ਕਾਨਾ। ਭਾਈ ਤੁਸੀਂ ਬੈਠ ਕੇ ਗੁਰਬਾਣੀ ਸ਼ਬਦ ਆਪਣੇ ਕੰਨੀ ਸੁਣਨਾ ਕਰੋ। ਇਮ ਕਹਿ ਹੋਏ ਅੰਤਰ ਧਿਆਨ। ਇਉਂ ਕਹਿ ਕੇ ਸਤਿਗੁਰੂ ਜੀ ਅੰਤਰ ਧਿਆਨ ਹੋ ਗਏ। ਜਾਣੀ ਜਾਣ ਗੁਰੂ ਭਗਵਾਨ। ਜੋ ਭਾਈ ਸਭ ਕੋਈ ਦੇ ਜਾਣੀ ਜਾਣ ਭਗਵਾਨ ਦਾ ਸਰੂਪ ਹੈ ਗੁਰੂ ਅਰਜਨ ਦੇਵ ਜੀ। ਕੇਤਕ ਕਾਲ ਮਹਿ ਨੈਣ ਉਘਾਰੇ। ਕੁਝ ਸਮੇਂ ਬਾਅਦ ਸਤਿਗੁਰਾਂ ਨੇ ਨੇਤਰ ਖੋਲੇ ਹਨ। ਮਨਹੁ ਕਮਲ ਦਲ ਭੇ ਭੁਨ ਸਾਰੇ। ਤੇ ਮਾਨੋ ਭਾਈ ਜਿਵੇਂ ਸਵੇਰ ਦੇ ਪੋਹ ਪਟਾਲਾ ਹੁੰਦਾ ਹੈ, ਕਮਲ ਦੇ ਪੱਤੇ ਖਿੜਦੇ ਹਨ। ਪ੍ਰਥਮ ਪ੍ਰਸੀਦ ਬਖਾਨਿਓ ਤੀਐ ਸੋ। ਸਭ ਤੋਂ ਪਹਿਲਾਂ ਪ੍ਰਸੰਨ ਹੋ ਕੇ ਉਸ ਲੜਕੀ ਇਸਤਰੀ ਰਜਨੀ ਨੂੰ ਕਿਹਾ, ਸਰਬ ਸੰਦੇਹ ਦੂਰ ਕਰ ਹੀ ਐਸੋ। ਕਿ ਹੇ ਰਜਨੀ, ਤੂੰ ਭਾਈ ਸਾਰੇ ਆਪਣੇ ਹਿਰਦੇ ਤੋਂ ਸੰਸ਼ੇ ਦੂਰ ਕਰ ਦੇ। ਨਿਸ਼ਚੈ ਇਹੀ ਤੋਰ ਭਰ ਤਾਰਾ। ਇਹ ਯਕੀਨਨ ਨਿਸ਼ਚੈ ਕਰਕੇ ਜਾਣ ਲੈ ਕਿ ਇਹੀ ਤੇਰਾ ਪਤੀ ਹੈ। ਤੁਮ ਪ੍ਰਤਾਪ ਫਲ ਪਾਇਓ ਭਾਰਾ। ਤੂੰ ਇਹ ਤੇਰਾ ਪ੍ਰਤਾਪ ਸੀ ਜੋ ਪਰਮੇਸ਼ਰ ਤੇ ਤੇਰਾ ਭਰੋਸਾ, ਉਹਦਾ ਹੀ ਤੂੰ ਵੱਡਾ ਫਲ ਪਾਇਆ।
ਹਮ ਚਾਹਿਤ ਥੇ ਤੀਰਥ ਕਾਰਾ। ਅਸੀਂ ਹੁਣ ਚਾਹ ਰਹੇ ਸੀ ਕਿ ਉਸ ਤੀਰਥ ਦੀ ਕਾਰ ਸੇਵਾ ਕਰਵਾਈਏ। ਤੁਮ ਪ੍ਰਸੰਗ ਤੇ ਬਿਦਿਤਿਓ ਸਾਰਾ। ਤੇ ਤੇਰੇ ਇਸ ਪ੍ਰਸੰਗ ਦੇ ਨਾਲ ਇਹ ਹੁਣ ਸਾਰੀਆਂ ਸੰਗਤਾਂ ਦੇ ਵਿੱਚ ਹੀ ਪ੍ਰਗਟ ਹੋ ਗਿਆ ਹੈ। ਚਲੋ ਅਬੈ ਸ਼ੁਭ ਥਲ ਦਰਸੈ ਹੈ। ਚਲੋ ਜਾ ਕੇ ਉਸ ਸ਼ੁਭ ਅਸਥਾਨ ਦੇ ਦਰਸ਼ਨ ਕਰਦੇ ਹਾਂ। ਬਿਨ ਬਿਲੰਬ ਅਬ ਤੇ ਬਨਵੈ ਹੈ। ਹੁਣ ਭਾਈ ਬਿਨਾਂ ਦੇਰੀ ਤੋਂ ਉਹ ਸਰੋਵਰ ਤਿਆਰ ਕਰਵਾਉਨੇ ਆ, ਉਹ ਬਣਵਾਉਂਦੇ ਹਾਂ। ਅਸ ਕਹਿ ਸਤਿਗੁਰ ਉਠੇ ਤਦਾਏ। ਇਸ ਤਰ੍ਹਾਂ ਕਹਿ ਕੇ ਫਿਰ ਸਤਿਗੁਰੂ ਜੀ ਤਦ ਉੱਠੇ ਹਨ। ਤਿਨ ਕੋ ਆਪਣੇ ਸੰਗ ਲਵਾਏ। ਤੇ ਇਹਨਾਂ ਨੂੰ ਆਪਣੇ ਨਾਲ ਲਿਆ ਹੈ। ਲੈ ਸਿੱਖ ਸੰਗਤ ਕੀ ਗਨ ਭੀਰ। ਸਿੱਖ ਸੰਗਤਾਂ ਦੀ ਬੇਅੰਤ ਨਾਲ ਇਕੱਠ ਭੀੜ ਉਹ ਲਈ ਹੈ। ਗਮਨ ਕੀਨ ਸ੍ਰੀ ਅਰਜਨ ਧੀਰ। ਮਹਾਨ ਧੀਰਜਵਾਨ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਚੱਲੇ ਹਨ। ਮੰਦ ਮੰਦ ਚੱਲ ਪਹੁੰਚੇ ਜਾਏ। ਹੌਲੀ ਹੌਲੀ ਚੱਲਦਿਆਂ ਬਚਨ ਬਿਲਾਸ ਕਰਦਿਆਂ ਸਤਿਗੁਰੂ ਉਸ ਜਗ੍ਹਾ ਜਾ ਪਹੁੰਚੇ। ਨਰ ਨਾਰੀ ਸੋ ਥਲ ਦੇਖ ਰਾਏ। ਇਹ ਸੁਣ ਰਜਨੀ ਤੇ ਇਹਦੇ ਪਤੀ ਨੇ ਉਹ ਜਗ੍ਹਾ ਦਿਖਾ ਦਿੱਤੀ। ਹੇ ਗੁਰ ਇਹੋ ਬਦਰੀ ਜੋ ਹੇਰੀ। ਵੀ ਹੇ ਗੁਰੂ ਪਾਤਸ਼ਾਹ ਜੀ ਆਹ ਬੇਰੀ ਹੈ ਜੋ ਤੁਸੀਂ ਵੇਖ ਰਹੇ ਹੋ। ਮੈਂ ਬਨਾਏ ਪਤ ਗੀ ਤਿਸ ਬੇਰੀ। ਤੇ ਜੋ ਗਰੀਬ ਨਵਾਜ ਪਾਤਸ਼ਾਹ ਜੀ ਮੈਂ ਬਨਾਏ ਪਤ ਗੀ ਤਿਸ ਬੇਰੀ। ਤੇ ਇਹ ਜਿੱਥੇ ਮੇਰਾ ਪਤੀ ਹੈ ਜੋ ਸਹੀ ਹੋਇਆ, ਜੋ ਤੰਦਰੁਸਤ ਹੋਇਆ ਹੈ, ਉਸ ਸਮੇਂ ਜਿੱਥੇ ਮੈਂ ਆਪਣੇ ਪਤੀ ਨੂੰ ਛੱਡ ਕੇ ਗਈ ਸੀ। ਹੇ ਗੁਰ ਇਹੋ ਲੱਗ ਜਲ ਜੇ ਆਹੀ। ਹੇ ਗੁਰੂ ਪਾਤਸ਼ਾਹ ਜੀ ਆ ਜਿਹੜਾ ਥੋੜਾ ਜਿਹਾ ਜਲ ਖੜਾ ਹੈ, ਇਸ ਹੈ ਮੱਝਿਓ ਬੜ ਫਲ ਪਾਹੀ। ਇਹਦੇ ਵਿੱਚ ਹੀ ਇਸ਼ਨਾਨ ਕੀਤਾ ਜਿੱਥੋਂ ਵੱਡਾ ਫਲ ਪ੍ਰਾਪਤ ਹੋਇਆ ਹੈ। ਸ੍ਰੀ ਗੁਰ ਭੰਨਿਓ ਇਹੀ ਦੁੱਖ ਭੰਜਨ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਹੀ ਦੁੱਖ ਭੰਜਨ ਸਥਾਨ ਹੈ। ਜਿਸ ਤੇ ਤੁਮ ਹੋਏ ਮਨ ਰੰਜਨ। ਜਿੱਥੋਂ ਤੁਸੀਂ ਮਨ ਕਰਕੇ ਪ੍ਰਸੰਨ ਹੋਏ, ਮਨ ਦੀ ਇੱਛਾ ਪੂਰੀ ਹੋਈ, ਜਿੱਥੋਂ ਰੋਗ ਹੋਇਆ। ਪਾਵਨ ਤੀਰਥ ਕੋ ਬਿਦ ਤਾਵਨ। ਇਸ ਪਵਿੱਤਰ ਤੀਰਥ ਨੂੰ ਪ੍ਰਗਟ ਕਰਨ ਦੇ ਵਾਸਤੇ ਪਿਤਾ ਗੁਰੂ ਨੇ ਕੀਨ ਖਨਾਵਨ। ਸਾਡੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਇਹ ਖੁਦਵਾਈ ਕਰਵਾਈ ਸੀ। ਨਹੀਂ ਸੰਪੂਰਨ ਕਾਰਜ ਹੋਵਾ। ਪਰ ਇਹ ਕਾਰਜ ਉਸ ਸਮੇਂ ਸੰਪੂਰਨ ਨਹੀਂ ਹੋਇਆ। ਗਮਨ ਬੈਕੁੰਠ ਸਮੋ ਜਬ ਜੋਵਾ। ਜਦੋਂ ਉਹਨਾਂ ਨੇ ਬੈਕੁੰਠ ਜਾਣ ਦਾ ਆਪਣਾ ਸਮਾਂ ਵੇਖਿਆ। ਹਮ ਕੋ ਆਗਿਆ ਦੀਨ ਦਇਆਲ। ਤਾਂ ਦਿਆਲੂ ਸਤਿਗੁਰੂ ਜੀ ਨੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸਾਨੂੰ ਇਹ ਹੁਕਮ ਕੀਤਾ ਸੀ। ਰਚਹੁ ਤੀਰਥ ਪੁੰਨ ਵਿਸਾਲ। ਕਿ ਉਸ ਜਗ੍ਹਾ ਤੁਸੀਂ ਤੀਰਥ ਰਚਣਾ ਜਿਹਦਾ ਵੱਡਾ ਪੁੰਨ ਹੈ। ਸੋ ਆਗਿਆ ਹਮਰੇ ਮਨ ਭਾਈ। ਮਹਾਰਾਜ ਕਹਿੰਦੇ ਉਹ ਜਿਹੜੀ ਆਗਿਆ ਸੀ ਗੁਰੂ ਰਾਮਦਾਸ ਜੀ ਦਾ ਹੁਕਮ, ਉਹ ਸਾਡੇ ਮਨ ਨੂੰ ਭਾਇਆ ਹੈ। ਰਚ ਹੈ ਤੀਰਥ ਫਲ ਅਧਿਕਾਈ। ਹੁਣ ਇਹ ਤੀਰਥ ਰਚਨਾ ਹੈ ਜਿਹਦਾ ਫਲ ਬਹੁਤ ਵੱਡਾ ਹੈ। ਇਤਨੇ ਮਹਿ ਦਿਨ ਮਨ ਅਸਥਾਇਓ। ਇਹਨੇ ਸਮੇਂ ਨੂੰ ਭਾਈ ਜਿਹੜਾ ਮਨ ਕਹੀਏ ਭਾਵ ਬਹੁਤਾ ਮਨ ਨਾਮ। ਮਨ ਜਿਵੇਂ ਆਪਾਂ ਕਹਿੰਦੇ ਆ ਵੀ 1 ਮਣ 2 ਮਣ, ਤੇ ਮਨ ਨੂੰ ਪੂਰਾ ਵੀ ਕਹਿ ਦਿੰਦੇ।
ਪੁਰਾਣੇ ਸਮਿਆਂ ਵਿੱਚ ਮਣ ਪੂਰੇ ਦਾ ਵੀ ਸੰਕੇਤਕ ਸੀ ਤੇ ਮਣ ਦਾ ਅਰਥ ਹੋ ਗਿਆ ਇੱਥੇ ਇਤਨੇ ਮਹਿ ਦਿਨ ਮਣ ਅਸਥਾਇਓ, ਵੀ ਪੂਰਾ ਦਿਨ ਜਿਹੜਾ ਬੀਤ ਗਿਆ ਆਥਣ ਹੋ ਗਿਆ ਹੈ। ਸੋ ਦਰ ਪਾਠ ਬੈਠ ਤੇ ਗਾਇਓ, ਉੱਥੇ ਬੈਠ ਕੇ ਹੀ ਦੁੱਖ ਭੰਜਨੀ ਬੇਰੀ ਸਾਹਿਬ ਸਥਾਨ ਤੇ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਗਿਆ। ਕਰ ਅਰਦਾਸ ਸਭਨ ਸਿਰ ਨਾਏ, ਤੇ ਅਰਦਾਸ ਕੀਤੀ ਸਾਰਿਆਂ ਨੇ ਸੀਸ ਨਿਵਾਏ ਹਨ। ਤਿਮਰ ਛਾਏ ਤਬ ਗ੍ਰਹਿ ਗੁਰ ਆਏ, ਹਨੇਰਾ ਜਿਹਾ ਜਦੋਂ ਹੋ ਗਿਆ ਫਿਰ ਸਤਿਗੁਰੂ ਜੀ ਘਰ ਆ ਗਏ। ਸੁਖ ਸਰੂਪ ਸੁਖ ਨਿਸ ਸੋ ਪਤਾਏ, ਸੁੱਖਾਂ ਦਾ ਸਰੂਪ ਸਤਿਗੁਰੂ ਜੀ ਸੁੱਖਾਂ ਸਹਿਤ ਰਾਤ ਨੂੰ ਪਏ ਹਨ, ਆਰਾਮ ਕੀਤਾ ਸੁੱਤੇ ਹਨ। ਜਿਨ ਕੀ ਲੀਲਾ ਕਥੀ ਨ ਜਾਏ, ਜਿਨ੍ਹਾਂ ਦੇ ਭਾਈ ਇਹ ਲੀਲਾ ਸਤਿਗੁਰਾਂ ਦੇ ਇਹਨਾਂ ਕੌਤਕਾਂ ਨੂੰ ਸੰਤ ਰੇਣ ਜੀ ਕਹਿੰਦੇ ਕਥਨ ਨਹੀਂ ਕੀਤਾ ਜਾ ਸਕਦਾ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ, ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪੰਚਮ ਮਹੱਲੇ ਪੰਜਵੇਂ ਮਹੱਲੇ ਦੀ ਜੋ ਕਥਾ ਹੈ, ਸ੍ਰੀ ਅੰਮ੍ਰਿਤ ਸਰੋਵਰ ਮਹਾਤਮ ਸੋ ਬਿਦਤਨ ਪ੍ਰਸੰਗ ਵਰਣਨ, ਜੋ ਭਾਈ ਇਸ ਅੰਮ੍ਰਿਤ ਸਰੋਵਰ ਦਾ ਮਹੱਤਵ ਕੀ ਹੈ ਇਹ ਜਿਹੜਾ ਪ੍ਰਗਟ ਹੋਣ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ ਤ੍ਰਿਤੀਏ ਮੰਦਰ ਹੈ, ਤੀਜੇ ਘਰ ਦਾ ਇਹ ਪ੍ਰਸੰਗ ਹੈ। ਦੋਹਰਾ ਅੱਗੇ ਚੌਥੇ ਘਰ ਦਾ ਪ੍ਰਸੰਗ ਕਹਿ ਰਹੇ ਨੇ। ਪ੍ਰਾਤ ਭਈ ਉੱਠ ਕੈ ਗੁਰੂ, ਕਿਰਿਆ ਸੋਚ ਕੀ ਕੀਨ। ਫਿਰ ਗੁਰਮੁਖੋ ਅੰਮ੍ਰਿਤ ਵੇਲਾ ਹੋਇਆ, ਗੁਰੂ ਅਰਜਨ ਦੇ ਪਾਤਸ਼ਾਹ ਉੱਠੇ, ਸੋਚ ਕਿਰਿਆ ਇਸ਼ਨਾਨ ਕੀਤਾ ਹੈ। ਵੇਖ ਪ੍ਰਕਾਸ਼ ਚਿਤਵਤ ਹਿਰਦੈ, ਸਰ ਸਰ ਸਿਰਜਨ ਹਿਤ ਦੀਨ। ਤੋ ਹੁਣ ਜਦੋਂ ਫਿਰ ਸੂਰਜ ਚੜ੍ਹਿਆ, ਪ੍ਰਕਾਸ਼ ਹੋਇਆ, ਆਪਣੇ ਹਿਰਦੇ ਅੰਦਰ ਮਹਾਰਾਜ ਨੇ ਚਿਤਵਿਆ, ਵਿਚਾਰਿਆ, ਸਰ ਸਿਰਜਨ ਹਿਤ ਦੀਨ। ਤੇ ਉਹ ਸਰੋਵਰ ਜਿਹੜਾ ਹੈ ਸਿਰਜਣ ਦੇ ਵਾਸਤੇ ਕਿ ਉਹ ਸਿਰਜਣਾ ਚਾਹੀਦਾ ਹੈ। ਚੌਪਈ ਪੰਚਾਮ੍ਰਿਤ ਤਬ ਬਹੁ ਕਰਵਾਇਓ, ਤਾਂ ਫਿਰ ਬਹੁਤ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ ਹੈ। ਸਿੱਖ ਸੰਗਤ ਕੋ ਸੰਗ ਲਵਾਇਓ, ਤੇ ਸਿੱਖ ਸੰਗਤਾਂ ਨੂੰ ਨਾਲ ਲਿਆ ਹੈ। ਦੁੱਖ ਭੰਜਨ ਥਲ ਪਹੁੰਚੇ ਜਾਈ, ਦੁੱਖ ਭੰਜਨੀ ਸਾਹਿਬ ਵਾਲੇ ਸਥਾਨ ਤੇ ਜਾ ਪਹੁੰਚੇ। ਕਰ ਅਰਦਾਸ ਦੀਨ ਵਰਤਾਈ, ਉੱਥੇ ਅਰਦਾਸ ਕੀਤੀ ਤੇ ਕੜਾਹ ਪ੍ਰਸ਼ਾਦ ਵਰਤਾ ਦਿੱਤਾ। ਤੀਖਨ ਖਨਨੀ ਲੈ ਕਰ ਹਾਥ, ਤਿੱਖੀ ਕਹੀ ਮਹਾਰਾਜ ਨੇ ਆਪਣੇ ਹੱਥ ਵਿੱਚ ਲਈ ਹੈ। ਮ੍ਰਿਤਕਾ ਖਨੀ ਪ੍ਰਥਮ ਗੁਰਨਾਥ, ਤਾਂ ਸਭ ਤੋਂ ਪਹਿਲਾਂ ਗੁਰੂ ਮਾਲਕ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਮਿੱਟੀ ਜਿਹੜੀ ਹੈ ਕਹੀ ਨਾਲ ਟੱਕ ਲਾਇਆ, ਪੁੱਟੀ ਹੈ। ਸਗਰੇ ਸਿੱਖ ਆਗਿਆ ਕੋ ਪਾਏ, ਫਿਰ ਸਾਰੇ ਸਿੱਖਾਂ ਨੂੰ ਮਹਾਰਾਜ ਨੇ ਹੁਕਮ ਕਰਤਾ। ਇਹ ਸਾਰੇ ਸਿੱਖ ਆਗਿਆ ਪਾ ਕੇ ਲੱਗੇ ਸੇਵਕੋ ਚੌਪ ਪਾਏ। ਚੌਪ ਨਾਮ ਚਾਹ ਹੈ, ਚਾਹ ਪਾ ਕੇ ਭਾਈ ਚਾਹ ਪੈਦਾ ਕਰਕੇ ਸੇਵਾ ਕਰਨ ਲੱਗ ਪਏ। ਕਿਨਹੂ ਗਹੀ ਖੰਦਨੀ ਕਰ ਮਾਹੇ, ਕਿਸੇ ਨੇ ਭਾਈ ਹੱਥਾਂ ਵਿੱਚ ਖੰਦਨੀ ਕਹੀ ਫੜੀ ਹੈ। ਖਨ ਹੈ ਕਰ ਹੈ ਬਲ ਪ੍ਰੇਮ ਮਾਹੇ, ਤੇ ਮਿੱਟੀ ਪੁੱਟ ਰਹੇ ਆ ਬੜਾ ਬਲ ਲਾ ਕੇ ਪ੍ਰੇਮ ਉਤਸ਼ਾਹ ਦੇ ਨਾਲ। ਕਿਨਹੂ ਟੋਕਰੀ ਸਿਰ ਪਰ ਧਰੀ, ਤੇ ਕੋਈ ਸਿੱਖ ਸਿਰ ਤੇ ਟੋਕਰੀਆਂ ਧਰੀਆਂ ਨੇ। ਬਹੁਤ ਬਾਰ ਹਾਥਨ ਸੋ ਭਰੀ, ਇੰਨੇ ਚਾਅ ਨਾਲ ਸੇਵਾ ਕਰਦੇ ਐ ਕਿ ਬਹੁਤੀ ਵਾਰ ਤਾਂ ਉਹ ਟੋਕਰੀ ਹੱਥਾਂ ਨਾਲ ਹੀ ਮਿੱਟੀ ਦੀ ਭਰ ਲੈਂਦੇ ਹਨ।
ਕੇਤਕ ਲੈ ਕਰ ਵਹਿਰ ਗਿਰਾਵਹਿ। ਕੋਈ ਉਹ ਮਿੱਟੀ ਚੁੱਕ ਕਰਕੇ ਬਾਹਰ ਲਿਆ ਕੇ ਸੁੱਟਦਾ ਹੈ। ਕੋ ਕਹਿ ਕਰ ਉਤਸ਼ਾਹੀ ਵਧਾਵਹਿ। ਕੋਈ ਇਸ ਤਰ੍ਹਾਂ ਕਹਿ ਕਿ ਬਹੁਤ ਚੰਗਾ ਸੰਗਤ ਜੀ, ਬਹੁਤ ਵਧੀਆ, ਬੜੀਆਂ ਮਿਹਰਾਂ। ਇਸ ਤਰ੍ਹਾਂ ਕੋਈ ਬਜ਼ੁਰਗ ਹੁੰਦੇ ਆ, ਉਹ ਫਿਰ ਇਹੋ ਜਿਹੀ ਡਿਊਟੀ ਨਿਭਾਉਂਦੇ ਆ, ਭਾਈ ਸਾਬਾਸ਼, ਬੜੀ ਤੁਹਾਡੇ ਤੇ ਵਾਹਿਗੁਰੂ ਦੀ ਕਿਰਪਾ ਹੈ, ਉਹ ਸੇਵਾ ਕਰਦੇ ਹੋ, ਭਾਗਾਂ ਵਾਲੇ ਹੋ ਤੁਸੀਂ। ਇਸ ਤਰ੍ਹਾਂ ਕਹਿ ਕਰਕੇ ਉਤਸ਼ਾਹ ਵਧਾਉਂਦੇ ਹਨ। ਅਤ ਆਨੰਦਤਾ ਔਰ ਮਹਿ ਹੋਈ। ਸੰਗਤਾਂ ਦੇ ਹਿਰਦੇ ਵਿੱਚ ਬੇਅੰਤ ਆਨੰਦਤਾ, ਖੁਸ਼ੀ ਹੋਈ। ਕਾਰ ਤਲਾਬ ਲੱਗੇ ਸਭ ਕੋਈ। ਇਸ ਤਲਾਅ ਦੀ ਕਾਰ ਸੇਵਾ ਵਿੱਚ ਸਾਰੇ ਲੱਗ ਗਏ। ਆਪ ਖੜੇ ਹੋਏ ਸਭਨ ਮਝਾਰੀ। ਤੇ ਆਪ ਮਹਾਰਾਜ ਸਾਰਿਆਂ ਦੇ ਵਿੱਚ ਖੜੇ ਹਨ। ਕਾਰ ਕਰਾਵਹਿ ਗੁਰ ਉਪਕਾਰੀ। ਗੁਰੂ ਪਰਉਪਕਾਰੀ ਆਪ ਕਾਰਜ ਕਰਵਾ ਰਹੇ, ਸੇਵਾ ਕਰਵਾਉਂਦੇ ਹਨ। ਦੇਖਤ ਕਾਰ ਚੌਗਣੀ ਹੋਏ। ਇਉਂ ਮਹਾਰਾਜ ਦੇਖ ਰਹੇ ਹੈ, ਕਾਰ ਸੇਵਾ ਚੌਗਣੀ ਹੋ ਰਹੀ ਹੈ। ਉਦਮ ਕਰੈ ਅਧਿਕ ਸਭ ਕੋਏ। ਸਾਰੇ ਜਿੰਨੇ ਸੇਵਾ ਕਰਦੇ ਆ, ਬਹੁਤ ਜ਼ਿਆਦੇ ਉਦਮ ਕਰਕੇ ਕਰ ਰਹੇ ਹਨ। ਸਗਰੇ ਦਿਨ ਮਹਿ ਕਾਰ ਕਰਾਵਹਿ। ਸਾਰਾ ਦਿਨ ਮਹਾਰਾਜ ਕਾਰ ਸੇਵਾ ਕਰਵਾਉਂਦੇ ਹਨ। ਸੰਧਿਆ ਗ੍ਰਾਮ ਵਿਖੇ ਚੱਲ ਆਵਹਿ। ਤੇ ਜਦੋਂ ਸ਼ਾਮ ਹੋ ਜਾਂਦੀ ਹੈ, ਫਿਰ ਨਗਰ ਵਿੱਚ ਚੱਲ ਕੇ ਆ ਜਾਂਦੇ ਨੇ। ਦੇਗ ਕਾਲ ਜੁਗ ਗੁਰ ਦਰਬਾਰਾ। ਗੁਰੂ ਕੇ ਦਰਬਾਰ ਵਿੱਚ ਜਿਹੜਾ ਲੰਗਰ ਹੈ, ਕਾਲ ਜੁਗ, ਜੁਗ ਨਾਮ ਦੋ ਦਾ, ਦੋਨੇ ਸਮੇਂ ਚੱਲਦਾ ਹੈ। ਛੁਦਤ ਸਰਬ ਤਹਿ ਖਾਹੇ ਆਹਾਰਾ। ਜਿੰਨੇ ਵੀ ਭਾਈ ਭੁੱਖੇ ਹਨ, ਲੋੜ ਸਾਰੇ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਨੇ। ਨਿਤ ਪ੍ਰਤ ਬੈਠੈ ਤਟ ਪਰ ਜਾਏ। ਨਿਤਾ ਪ੍ਰਤੀ ਹੁਣ ਸੇਵਾ ਚੱਲ ਪਈ। ਮਹਾਰਾਜ ਸਰੋਵਰ ਦੇ ਕਿਨਾਰੇ ਪਰ ਜਾ ਬੈਠਦੇ ਹਨ। ਸੰਗਤ ਸਗਰੀ ਸੇਵ ਕਮਾਏ। ਮਹਾਰਾਜ ਉੱਥੇ ਹੁਣ ਬੈਠ ਕੇ, ਜਦੋਂ ਤੁਸੀਂ ਅੰਮ੍ਰਿਤਸਰ ਸਾਹਿਬ ਜਾਂਦੇ ਹੋ, ਦੁੱਖ ਭੰਜਨੀ ਅਸਥਾਨ ਹੈ, ਮਹਾਰਾਜ ਦਾ ਪ੍ਰਕਾਸ਼ ਹੈ, ਤੇ ਉਹਦੇ ਨਾਲ ਹੀ ਗੁਰਮੁਖੋ ਇੱਕ ਥੜਾ ਬਣਿਆ ਹੋਇਆ ਹੈ। ਉਹ ਮਹਾਰਾਜ ਉਸ ਥੜੇ ਤੇ ਸਤਿਗੁਰੂ ਜੀ ਬਿਰਾਜਮਾਨ ਹੁੰਦੇ। ਜਦੋਂ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਨਾ, ਤੇ ਉਹ ਕਮਰੇ ਬਣੇ ਆ, ਬੇਰੀ ਸਾਹਿਬ, ਦੁੱਖ ਭੰਜਨੀ ਬੇਰੀ, ਤੇ ਉਹਦੇ ਫਿਰ ਨਾਲ ਹੀ ਥੋੜਾ ਜਿਹਾ ਉਹ ਲਾ ਕੇ ਜੰਗਲਾ ਜਾਂ ਪਰ ਉਹ ਥੜਾ ਸਾਹਿਬ ਬਣਿਆ, ਉੱਥੇ ਬੈਠਦੇ ਹੁੰਦੇ ਸੀ ਗੁਰੂ ਪਾਤਸ਼ਾਹ। ਤੇ ਉੱਥੇ ਮਹਾਰਾਜ ਨੇ ਬੈਠਣਾ। ਜਿਹੜੀ ਉਹ ਬਾਬਾ ਬੁੱਢਾ ਜੀ ਦੀ ਬੇਰ ਹੈ, ਇੱਥੇ ਬਾਬਾ ਬੁੱਢਾ ਜੀ, ਇਸ ਜਗ੍ਹਾ ਤੇ ਉਹਨਾਂ ਦਾ ਤੰਬੂ ਹੁੰਦਾ ਸੀ, ਇੱਥੇ ਹੀ ਆਰਾਮ ਕਰਨਾ। ਤੇ ਮਹਾਰਾਜ ਜੋ ਥੜਾ ਸਾਹਿਬ ਸਥਾਨ ਹੈ, ਸੰਗਤਾਂ ਤੁਸੀਂ ਵੇਖਿਓ, ਜਿਨ੍ਹਾਂ ਨੂੰ ਪਤਾ ਹੈ ਉਹ ਨਮਸਕਾਰ ਕਰਦੇ ਆ। ਕਈ ਸਥਾਨ ਨੇ, ਜਦੋਂ ਕਦੇ ਤੁਸੀਂ ਜਾਵੋ, ਫਿਰ ਲੰਗਰ ਹਾਲ ਹੈ ਜਿੱਥੇ, ਲੰਗਰ ਸਾਹਿਬ ਦੇ ਸਾਹਮਣੇ ਮੰਜੀ ਸਾਹਿਬ ਸਥਾਨ ਹੈ, ਜਿੱਥੇ ਅੰਮ੍ਰਿਤ ਵੇਲੇ ਰੋਜ਼ ਕਥਾ ਹੁੰਦੀ ਹੈ, ਦੀਵਾਨ ਸਜਦਾ ਹੈ। ਜਦੋਂ ਆਪਾਂ ਪ੍ਰਕਰਮਿਆਂ ਤੋਂ ਬਾਹਰ ਆ ਜਾਂਦੇ ਆ ਨਾ, ਲੰਗਰ ਵਾਲੇ ਪਾਸੇ, ਤੇ ਉੱਥੇ ਵੀ ਇੱਕ ਸਥਾਨ ਹੈ, ਤੁਸੀਂ ਦਰਸ਼ਨ ਕਰਕੇ ਆਇਓ। ਜਦੋਂ ਆਪਾਂ ਲੰਗਰ ਵੱਲੋਂ ਉਧਰ ਮੰਜੀ ਸਾਹਿਬ ਨੂੰ ਜਾਵਾਂਗੇ, ਤੇ ਭਾਵ ਆਪਣਾ ਪਿੱਠ ਲੰਗਰ ਵਾਲੇ ਪਾਸੇ ਤੇ ਮੁੱਖ ਮੰਜੀ ਸਾਹਿਬ ਵੱਲੋਂ ਰਸਤਾ ਸਥਾਨ ਉਧਰ ਨੂੰ ਜਾਂਦਾ ਹੈ। ਤੇ ਉੱਥੇ ਜਾ ਕੇ ਮੰਜੀ ਸਾਹਿਬ ਸਥਾਨ ਤੇ ਲਿਖਿਆ ਹੋਇਆ ਗੁਰਦੁਆਰਾ ਮੰਜੀ ਸਾਹਿਬ, ਉਦੋਂ ਸੱਜੇ ਹੱਥ ਬਾਹਰਲੇ ਪਾਸੇ ਹੀ ਫਿਰ ਦਰਬਾਰ ਸਾਹਿਬ ਵੱਲ ਨੂੰ, ਸਰੋਵਰ ਵੱਲ ਨੂੰ ਥੋੜਾ ਜਿਹਾ ਤੁਰਨਾ ਹੈ, ਤੇ ਉੱਥੇ ਵੀ ਗੁਰਮੁਖੋ ਇੱਕ ਸਥਾਨ ਹੈ। ਤੇ ਉਹ ਪਾਲਕੀ ਵੀ ਬਣੀ ਹੈ, ਉੱਤੇ ਥੜਾ ਹੈ। ਉਹ ਸਥਾਨ ਹੈ ਜਿੱਥੇ ਗੁਰੂ
ਅਰਜਨ ਦੇਵ ਜੀ ਪਾਤਸ਼ਾਹ ਨੇ 12 ਮਹਾਂ ਉਚਾਰਨ ਕੀਤਾ ਬੈਠ ਕੇ, ਤੇ ਉਹ ਸਥਾਨ ਦੇ ਵੀ ਦਰਸ਼ਨ ਕਰਿਆ ਕਰੋ। ਰੋਹ ਵਿਚਾਰ। ਇਹ ਫਿਰ ਜਿਹੜਾ ਜਿੱਥੇ ਮਹਾਰਾਜ ਬੈਠਦੇ ਸੀ ਉਹ ਥੜਾ ਸਾਹਿਬ ਹੈ, ਤੇ ਇਹਦੇ ਨਾਲ ਹੋਰ ਵੀ ਇੱਕ ਇਤਿਹਾਸ ਇਹ ਵੀ ਹੈ ਕਿ ਜਦੋਂ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਗੁਰਬਾਣੀ ਦੀਆਂ ਲੈ ਕੇ ਗਏ ਪਾਲਕੀ ਸਾਹਿਬ ਦੇ ਵਿੱਚ, ਉਹ ਪਾਲਕੀ ਸਾਹਿਬ ਵੀ ਲਿਆ ਕੇ ਇਸੇ ਥੜੇ ਦੇ ਉੱਤੇ ਪਾਲਕੀ ਬਿਰਾਜਮਾਨ ਕੀਤੀ ਸੀ ਸਭ ਤੋਂ ਪਹਿਲਾਂ। ਤੋ ਮਹਾਰਾਜ ਨਿਤ ਪ੍ਰਤ ਬੈਠਾ ਹੈ ਤਟ ਪਰ ਜਾਏ, ਨਿਤਾ ਪ੍ਰਤੀ ਕਿਨਾਰੇ ਜਾ ਬੈਠਦੇ ਹਨ, ਸੰਗਤ ਸਗਰੀ ਸੇਵ ਕਮਾਏ। ਸਾਰੀਆਂ ਸੰਗਤਾਂ ਸੇਵਾ ਕਰਦੀਆਂ ਨੇ, ਖਾਨ ਖਾਨ ਮ੍ਰਿਤ ਕਾ ਵਹਿਰ ਨਿਕਾਰ ਹੈ, ਪੁੱਟ ਪੁੱਟ ਕੇ ਮਿੱਟੀ ਬਾਹਰ ਕੱਢਦੀਆਂ, ਧਰ ਸ਼ਰਧਾ ਗੁਰ ਧਨ ਉਚਾਰ ਹੈ। ਤੇ ਅੰਦਰ ਹਿਰਦੇ ਵਿੱਚ ਸ਼ਰਧਾ ਧਾਰ ਕੇ ਧੰਨ ਗੁਰੂ ਕਹਿੰਦੀਆਂ ਹਨ ਦੋਹਰਾ, ਸ੍ਰੀ ਅੰਮ੍ਰਿਤ ਸਰਕਾਰ ਕੋ ਲੱਗੇ ਮਨੁਜ ਸਮੁਦਾਇ। ਇਸ ਤਰ੍ਹਾਂ ਭਾਈ ਇਸ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਵਿੱਚ ਬਹੁਤ ਹੀ ਵੱਡੇ ਇਕੱਠ ਦੇ ਵਿੱਚ ਮਾਈ ਭਾਈ ਸੇਵਾ ਕਰ ਰਹੇ ਹਨ। ਸਦਾ ਬ੍ਰਤ ਸ੍ਰੀ ਗੁਰ ਕਰਿਓ, ਕਰਹਿ ਕਾਮ ਨਾ ਪਾਈ। ਤੇ ਮਹਾਰਾਜ ਨੇ ਸਦਾ ਬ੍ਰਤ ਲਾ ਰੱਖਿਆ ਹੈ। ਸੇਵਾ ਦਾ ਫਲ, ਲੰਗਰ ਪਾਣੀ ਚੱਲਦਾ ਹੈ, ਗੁਰੂ ਮਹਾਰਾਜ ਦੇ ਦਰ ਤੇ ਕਥਾ ਕੀਰਤਨ ਹੁੰਦਾ ਹੈ, ਇਹ ਸਦਾ ਬ੍ਰਤ ਹੈ। ਬੁੱਲੇ ਸ਼ਾਹ ਵਰਗਿਆਂ ਨੇ ਵੀ ਇਹ ਗੱਲ ਕਹੀ ਫਿਰ ਜਾ ਕੇ ਜਦੋਂ ਦਰਸ਼ਨ ਕੀਤੇ, ਕਹਿੰਦੇ ਦੇਖੋ ਇੱਟ ਖੜਕਾ ਦੁੱਕੜ ਵੱਜੈ ਨਾਲੇ ਤਪੇ ਚੁੱਲ੍ਹਾ। ਕਹਿੰਦੇ ਆ ਅਸਲੀ ਰੱਬ ਦਾ ਘਰ, ਜਿੱਥੇ ਕਿਤੇ ਮਿਸਤਰੀ ਲੱਗੇ ਐ ਇੱਟਾਂ 'ਚ ਖੜਕਾ ਹੋਈ ਜਾਂਦਾ ਹੈ, ਦੁੱਕੜ ਵੱਜੈ, ਕਿਤੇ ਦੋ ਪੁੜਿਆਂ ਵਾਲਾ ਢੋਲਕ ਜਾਂ ਜੋੜੀ, ਪੁਰਾਣੇ ਸਮਿਆਂ ਵਿੱਚ ਢੋਲਕ ਹੀ ਹੁੰਦਾ ਸੀ ਤੇ ਜੋੜੀ ਹੌਲੀ ਹੌਲੀ ਚੱਲ ਪਈ, ਇਹ ਵੱਜ ਰਹੀ ਹੈ, ਇੱਟ ਖੜਕਾ ਦੁੱਕੜ ਵੱਜੈ ਨਾਲੇ ਤਪੇ ਚੁੱਲ੍ਹਾ। ਕਿਤੇ ਲੰਗਰ ਚੱਲੀ ਜਾਂਦਾ, ਲੋਹ ਲੰਗਰ ਲਾਹੀ ਜਾਂਦੇ, ਮਤਾਵਾਂ ਭੈਣਾਂ ਛਕੀ ਜਾਂਦੇ ਆ, ਭਾਈ ਵਰਤਾਈ ਜਾਂਦੇ ਆ। ਇੱਟ ਖੜਕਾ ਦੁੱਕੜ ਵੱਜੈ ਨਾਲੇ ਤਪੈ ਚੁੱਲ੍ਹਾ, ਇੱਥੇ ਹੀ ਮੇਰਾ ਰੱਬ ਰਾਜੀ ਤੇ ਨਾਲੇ ਰਾਜੀ ਬੁੱਲਾ। ਕਹਿੰਦੇ ਰੱਬ ਵੀ ਇਸ ਥਾਂ ਤੇ ਖੁਸ਼ ਹੈ, ਤੇ ਰੱਬ ਨੂੰ ਮੰਨਣ ਵਾਲੇ ਕਹਿੰਦਾ ਮੇਰੇ ਵਰਗੇ ਵੀ ਇੱਥੇ ਹੀ ਆ ਕੇ ਪ੍ਰਸੰਨ ਹੁੰਦੇ ਆ, ਕਿਉਂਕਿ ਰਹਿਣ ਨੂੰ ਜਗ੍ਹਾ ਮਿਲ ਗਈ, ਛਕਣ ਨੂੰ ਪ੍ਰਸ਼ਾਦਾ ਮਿਲ ਗਿਆ, ਆਤਮਿਕ ਆਨੰਦ ਵਾਸਤੇ ਗੁਰਬਾਣੀ ਕਥਾ ਵਿਚਾਰ ਕੀਰਤਨ ਪ੍ਰਾਪਤ ਹੋਇਆ। ਇਸ ਤਰ੍ਹਾਂ ਸਦਾ ਬ੍ਰਤ ਸ੍ਰੀ ਗੁਰ ਕਰਿਓ, ਕਰਹਿ ਕਾਮ ਨਾ ਪਾਏ। ਸਦਾ ਬ੍ਰਤ ਗੁਰੂ ਸਾਹਿਬ ਨੇ ਲਾਇਆ ਹੈ, ਤੇ ਜੋ ਕੋਈ ਕਾਮਨਾ ਇੱਛਾ ਕਰਦਾ ਹੈ ਉਹ ਭਾਈ ਫਲ ਪਾਉਂਦਾ ਹੈ। ਚੌਪਈ ਕੋ ਨਿਜ ਢਿਗ ਤੇ ਕਰਹਿ ਆਹਾਰਾ। ਕੋਈ ਹੁਣ ਉਹ ਵੀ ਨੇ, ਦੇਖੋ ਭਾਵਨਾ ਹੁੰਦੀ ਨੇੜੇ ਤੇੜਿਓਂ ਵੀ ਆਪਾਂ ਸੇਵਾ ਕਰਨੀ ਹੈ, ਪ੍ਰਸ਼ਾਦਾ ਵੀ ਆਪਣਾ ਨਾਲ ਹੀ ਲੈ ਕੇ ਚੱਲਣਾ, ਤੇ ਇਹ ਵੀ ਭਾਵਨਾ ਹੁੰਦੀ। ਕੋਈ ਇਸ ਤਰ੍ਹਾਂ ਵੀ ਪ੍ਰਸ਼ਾਦਾ ਲਿਆ ਕੇ ਕੋਈ ਲਿਆਉਂਦੇ ਆ, ਕੋਈ 5 ਚੌਂ ਦਾ, ਕੋਈ 10 ਦਾ, ਕੋਈ 2 ਦਾ ਤਿਆਰ ਕਰ ਲਿਆਉਂਦੇ ਆ। ਇਸ ਤਰ੍ਹਾਂ ਭਾਈ ਆਪਣੇ ਕੋਲ ਤੋਂ ਛਕਦੇ ਹਨ। ਨਿਸ ਦਿਨ ਕਰਹਿ ਤਾਲ ਕੀ ਕਾਰਾ। ਤੇ ਹਰ ਰੋਜ਼ ਕਾਰ ਸੇਵਾ ਸਰੋਵਰ ਦੀ ਕਰਦੇ ਨੇ। ਜਿਤ ਦਿਸ ਅਧਿਕ ਖਨਾਵਨ ਚਾਹੈ। ਤੇ ਫਿਰ ਜਿਹੜੇ ਪਾਸੇ ਬਹੁਤਾ ਖੁਦਾਈ ਕਰਵਾਉਣੀ ਹੁੰਦੀ, ਤਿਤ ਦਿਸ ਸ੍ਰੀ ਗੁਰ ਨਿਜ ਚੱਲ ਜਾਹੈ। ਉਸ ਪਾਸੇ ਗੁਰੂ ਪਾਤਸ਼ਾਹ ਜੀ, ਗੁਰੂ ਅਰਜਨ ਦੇਵ ਮਹਾਰਾਜ ਆਪ ਚੱਲ ਕੇ ਜਾਂਦੇ ਹਨ। ਫਰਸ਼ ਹੋਏ ਬੈਠੇ ਗੁਰ ਗਾਦੀ। ਤੇ ਇਉਂ ਭਾਈ ਫਰਸ਼ ਕਰਕੇ ਵਿਛਾਈ ਵਿਛਾ ਕੇ ਗੁਰਤਾ ਗੱਦੀ ਤੇ ਮਹਾਰਾਜ ਬਹਿੰਦੇ ਹਨ।
ਕਰੈ ਦਾਸ ਕ੍ਰਿਤਹੀਨ ਪ੍ਰਮਾਦੀ। ਤੇ ਸੇਵਕ ਜਿਹੜੇ ਹੈ ਭਾਈ ਉਹ ਕ੍ਰਿਤ ਕਰਦੇ, ਸੇਵਾ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਰਮਾਦ ਵਾਹਿਗੁਰੂ ਪਰਮਾਦੀ ਪਰਮ ਆਦ ਸ਼ਬਦ ਤੇ ਉਹ ਦਾਸਾਂ ਦੇ ਭਾਈ ਕ੍ਰਿਤ ਜਿਹੜੀ ਹੈ ਪਰਮਾਦ ਪਰਮੇਸ਼ਰ ਸਰੂਪ ਜੀ ਉਹ ਕਿਰਪਾ ਕਰਦੇ ਨੇ, ਫਲ ਬਖਸ਼ਿਸ਼ ਕਰਦੇ ਐ। ਇਉਂ ਵਾਹਿਗੁਰੂ ਦੀ ਸੇਵਾ ਕਰ ਰਹੇ ਨੇ। ਗੁਰ ਦਰਸ਼ਨ ਦਰਸੈ ਦਿਨ ਸਾਰੇ। ਤੇ ਨਾਲ ਦੀ ਨਾਲ ਭਾਈ ਸਾਰਾ ਦਿਨ ਗੁਰੂ ਮਹਾਰਾਜ ਦੇ ਦਰਸ਼ਨ ਵੀ ਹੁੰਦੇ ਹਨ। ਧਰਹਿ ਆਨੰਦ ਹੋਏ ਦੁਗਣੀ ਕਾਰੇ। ਇਸ ਤਰ੍ਹਾਂ ਗੁਰੂ ਸਾਹਿਬ ਦੇ ਦਰਸ਼ਨ ਤੇ ਨਾਲ ਦੀ ਨਾਲ ਸੇਵਾ। ਧਰਹਿ ਆਨੰਦ ਹੋਏ ਦੁਗਣੀ ਕਾਰੇ। ਆਨੰਦ ਧਾਰ ਦੇ ਦੁਗਣੀ ਕਾਰ ਸੇਵਾ ਹੋ ਰਹੀ ਹੈ। ਦੁੱਖ ਭੰਜਨ ਢਿਗ ਥਰਾ ਕਰਾਵੇ ਹੈ। ਜੋ ਦੁੱਖ ਭੰਜਨੀ ਬੇਰੀ ਉੱਥੇ ਉਸ ਸਥਾਨ, ਇਹ ਸਥਾਨ ਦਾ ਨਾਮ ਹੈ ਤੇ ਫਿਰ ਉਹ ਗੁਰਮੁਖ ਉੱਥੇ ਬੇਰੀ ਸੀ, ਉਸ ਸਥਾਨ ਦੇ ਨਾਲ ਬੇਰੀ ਦਾ ਨਾਮ ਦੁੱਖ ਭੰਜਨੀ ਬੇਰੀ ਪਿਆ। ਭਾਵ ਦੁੱਖ ਭੰਜਨ ਸਥਾਨ ਵਾਲੀ ਬੇਰੀ। ਤੇ ਹੁਣ ਇਸ ਗੱਲ ਤੇ ਵੀ ਹੈ ਕਿਉਂਕਿ ਜਿਹੜਾ ਹੁਣ ਬਹੁਤ ਹੁੰਦਾ ਨਾ ਵੀ ਆ ਫਿਰ ਉਹ ਦੇਖੋ ਬਾਹਰ ਬੜਾ ਵਿਰੋਧ ਵੀ ਹੁੰਦਾ ਇਸ ਤਰ੍ਹਾਂ ਦੇ ਪ੍ਰਚਾਰਕਾਂ ਦਾ। ਆ ਰੋਜ਼ ਇਹੋ ਜਿਹਾ ਕੁਛ ਆਉਂਦਾ, ਰੌਲਾ ਪੈ ਗਿਆ ਜੀ ਫਲਾਣੇ ਗੁਰਦੁਆਰੇ ਪ੍ਰਚਾਰ ਗਿਆ ਸੀ, ਫਿਰ ਉਹ ਪਾਉਂਦੇ ਨੇ ਦੇਖੋ ਜੀ ਇਹ ਗੁੰਡਾਗਰਦੀ ਕਰਦੇ ਆ ਤੇ ਟਕਸਾਲੀਏ ਐਂ ਕਰਦੇ ਨੇ, ਇਹ ਫਿਰ ਕਥਾ ਨਹੀਂ ਕਰਨ ਦਿੰਦੇ, ਇਹ ਕਥਾਵਾਚਕਾਂ ਨਾਲ ਲੜਦੇ ਆ। ਲੜਦੇ ਇਉਂ ਆ ਵੀ ਜਦੋਂ ਤੁਸੀਂ ਜਬਲੀ ਮਾਰਦੇ ਹੋ ਮਹਾਰਾਜ ਦੀ ਹਜ਼ੂਰੀ ਵਿੱਚ ਬਹਿ ਕੇ ਬੜੇ ਟੇਢੇ ਢੰਗ ਨਾਲ ਇਹ ਖੰਡਨ ਕਰਦੇ ਆ ਗੁਰਬਾਣੀ ਦੀ। ਕੋਈ ਉਹ ਤੋਕ ਲੈ ਕੇ ਨਾ ਉਹਦੇ ਅਰਥ ਭਾਵ ਆਪਣੀ ਮਰਜ਼ੀ ਨਾਲ ਕਰਕੇ ਗੁਰੂ ਇਤਿਹਾਸ ਨੂੰ ਤੇ ਕਰਦੇ ਕੀ ਫਿਰ ਪੰਗਤੀ ਪੜਨਗੇ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਇਹ ਤੁਕ ਪੜ ਕੇ ਕਹਿੰਦੇ ਦੇਖੋ ਜੀ ਦੁੱਖ ਭੰਜਨ ਗੁਰੂ ਪਰਮੇਸ਼ਰ ਦਾ ਨਾਮ ਹੈ। ਕਹਿੰਦੇ ਬੇਰੀ ਕਿਵੇਂ ਦੁੱਖ ਭੰਜਨੀ ਹੋ ਸਕਦੀ ਹੈ। ਜਿਹੜੀ ਗੁਰਬਾਣੀ ਦੀ ਗੱਲ ਨਾਲ ਲੈ ਲੈਣੀ ਹੈ ਆਪਦੀ ਮਰਜ਼ੀ ਦੇ ਅਰਥ ਕਰਕੇ। ਸਿਰਫ ਗੁਰਬਾਣੀ ਜਿਹੜੀ ਹੈ ਇਹ ਨਾਮ ਨਾਲ ਜੋੜਨ ਵਾਲੀ ਬਿਰਤੀ ਨਹੀਂ ਹੈ ਉਹਨਾਂ ਦੀ ਕਿ ਇਹ ਗੱਲ ਕਹਿ ਕੇ ਕੋਈ ਇੱਕ ਤਾਂ ਹੁੰਦਾ ਕਿ ਨਾਮ ਦੀ ਮਹਿਮਾ ਕਹਿ ਰਹੇ ਆ, ਨਹੀਂ ਨਹੀਂ ਪੰਗਤੀ ਲੈ ਲਈ ਪਰ ਸੰਗਤ ਨੂੰ ਇਸ ਕਰਕੇ ਨਹੀਂ ਇਹ ਪੰਗਤੀ ਪੜ੍ਹੀ ਕਿ ਸੰਗਤਾਂ ਨਾਮ ਸਿਮਰਨ ਨਾਲ ਜੁੜਨ, ਨਹੀਂ ਇਸ ਕਰਕੇ ਪੜ੍ਹੀ ਹੈ ਵੀ ਉਹ ਸਥਾਨ ਦੀ ਖੰਡਤ ਕਰਨੀ ਹੈ। ਇਹ ਜਿਹੜਾ ਇਸ ਭਾਵਨਾ ਨਾਲ ਫਿਰ ਉਹ ਰੌਲੇ ਤਾਂ ਹੁਣ ਕੁਦਰਤੀ ਪੈਣੇ ਹੀ ਹੈ ਭਾਈ। ਜਦੋਂ ਤੁਸੀਂ ਗੁਰੂ ਮਹਾਰਾਜ ਦੇ ਕੋਲ ਬੈਠ ਕੇ ਗੁਰੂ ਕੇ ਇਤਿਹਾਸ ਦਾ ਖੰਡਨ ਕਰਨ ਲੱਗੋਗੇ ਇਹ ਤਾਂ ਫਿਰ ਰੌਲਾ ਤੇ ਪੈਣਾ ਹੀ ਹੈ। ਤੇ ਤੁਸੀਂ ਗੁਰੂ ਦੇ ਇਤਿਹਾਸ ਨੂੰ ਖੰਡੀ ਜਾਂਦੇ ਹੋ, ਉਹਦਾ ਦੁੱਖ ਨਹੀਂ। ਤੇ ਤੁਹਾਨੂੰ ਕਿਸੇ ਨੇ ਕੁਝ ਬੋਲਤਾ ਕਹਿੰਦੇ ਹੁਣ ਸਾਨੂੰ ਜੀ ਵੀਰੇ ਗੁੰਡਾਗਰਦੀ ਕਰਦੇ ਆ। ਗੁੰਡਾਗਰਦੀ ਤੇ ਖੁਦ ਉਹ ਕਰ ਰਹੇ ਆ ਕਥਾ ਕਰਨ ਲੱਗੇ। ਇਸ ਕਰਕੇ ਦੁੱਖ ਭੰਜਨ ਤੇਰਾ ਨਾਮ ਜੀ, ਪਰਮੇਸ਼ਰ ਦਾ ਨਾਮ ਦੁੱਖ ਭੰਜਨ, ਦੁੱਖਾਂ ਨੂੰ ਭੰਜਨ ਵਾਲਾ ਹੈ। ਤੇ ਕਿੰਨੀ ਜਗ੍ਹਾ ਤੇ ਆਇਆ ਕਿ ਗੁਰੂ ਦਾ ਸ਼ਬਦ ਹੈ ਜਿਹੜਾ ਦੁੱਖਾਂ ਨੂੰ ਦੂਰ ਕਰਦਾ ਹੈ। ਗੁਰਬਾਣੀ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇੱਕ ਤੇ ਹੀ ਨਹੀਂ ਨਾ ਹੋ ਸਕਦਾ। ਤੇ ਜਿੱਥੇ ਭਾਈ ਗੁਰੂ ਦੀ ਬਾਣੀ ਹੈ ਜਿਹੜੀ ਇਹ ਦੁੱਖਾਂ ਦਾ ਨਾਸ਼ ਕਰਨ ਵਾਲੀ, ਫੇਰ ਗੁਰਮੁਖੋ ਜਿੱਥੇ ਸਤਿਗੁਰੂ ਨੇ ਬਚਨ ਕਰਤੇ, ਸਤਿਗੁਰੂ ਆਪ ਵੀ ਦੁੱਖਾਂ ਦਾ ਨਾਸ਼ ਕਰਨ ਵਾਲਾ, ਸੁੱਖਾਂ ਦਾ ਦਾਤਾ ਹੈ। ਤੇ ਗੁਰੂ ਨੇ ਬਚਨ ਕਰਤੇ ਸਥਾਨ ਦੁੱਖ ਭੰਜਨ ਹੈ। ਤੇ ਉਹ ਬੇਰੀ ਉੱਥੇ ਖੜੀ ਹੈ ਤੇ ਉਸ ਬੇਰੀ ਦੀ ਨਿਸ਼ਾਨੀ ਕਿ ਉਹ ਸਥਾਨ ਦੇ ਨਾਲ ਕਿੰਨੇ ਸਥਾਨ ਨੇ ਆਪਾਂ ਦੇਖਦੇ ਹਾਂ। ਬੇਰੀ ਸਾਹਿਬ, ਬੇਰ ਸਾਹਿਬ, ਜੰਡ ਸਾਹਿਬ, ਕਿੰਨੇ ਦਰਖਤਾਂ ਦੇ ਨਾਮ ਤੇ ਸਥਾਨ ਹੈ ਗੁਰੂ ਘਰਾਂ ਦੇ, ਬਹੁਤ ਨੇ। ਉਹਦਾ ਭਾਵ ਕੀ ਹੈ ਕਿ ਕੋਈ ਉੱਥੇ ਵਿਸ਼ੇਸ਼ ਦਰਖਤ ਖੜਾ ਤੇ ਉਹਦਾ ਗੁਰੂ ਦੇ ਇਤਿਹਾਸ ਨਾਲ ਤਾਲੁਕਾਤ ਜੁੜ ਗਿਆ ਤੇ ਉਹ ਸਥਾਨ ਦਾ ਨਾਮ ਪ੍ਰਗਟ ਹੋ ਗਿਆ। ਮਹਿਮਾ ਤਾਂ ਉੱਥੇ ਗੁਰੂ ਦੀ ਹੋਈ ਹੈ ਨਾ। ਕਿੰਨੇ ਸਥਾਨ ਨੇ। ਟਾਹਲੀ ਸਾਹਿਬ ਆਪਣੇ ਕੋਲੇ, ਹੁਣ ਟਾਹਲੀ ਆਣਾ ਸਾਹਿਬ, ਟਾਹਲੀ ਸਾਹਿਬ ਵੀ ਸਥਾਨ ਹੈ। ਟਾਹਲੀ ਆਣਾ ਟਾਹਲੀ ਤੋਂ ਹੀ ਬਣਿਆ।
ਤੇ ਹੁਣ ਜੇ ਕੋਈ ਕਹੇ ਨਹੀਂ ਇਹ ਤਾਂ ਟਾਲੀ ਨੂੰ ਸਾਹਿਬ ਕਹੀ ਜਾਂਦੇ ਆ, ਫਿਰ ਉਹ ਪੰਗਤੀ ਪੜਨਗੇ। ਬਾਣੀ ਤਾਂ ਜੀ ਲਿਖਿਆ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਇਹ ਗੱਲਾਂ ਕਰਕੇ ਬਹੁਤ ਤਰੀਕੇ ਦੇ ਬੜੇ ਟੇਢੇ ਤੇ ਵਿੰਗੇ ਢੰਗਾਂ ਨਾਲ, ਚਲਾਕੀਆਂ ਨਾਲ ਅਰਥ ਜਿਹੜੇ ਆ, ਫਿਰ ਕਹਿਣਗੇ ਗੁਰਬਾਣੀ ਦੇ ਅਰਥ ਵੀ ਤਰੋੜ ਮਰੋੜ ਕੇ ਤੇ ਤੁਸੀਂ ਅਰਥ ਕਰਦੇ ਆ। ਗੁਰੂ ਸਾਹਿਬ ਨੇ ਬਾਣੀ ਇਸ ਕਰਕੇ ਚਾਰੀ ਸੀ ਕਿ ਸਾਡੇ ਸਥਾਨਾਂ ਦਾ ਖੰਡਨ ਕਰੀ ਚੱਲਿਓ ਤੁਸੀਂ। ਗੁਰੂ ਕਿਰਪਾ ਕਰੇ ਇਹ ਜੋ ਹੈ ਦੁੱਖ ਭੰਜਨ ਢਿੱਗ ਥਰਾ ਕਰਾਵਹਿ। ਜੋ ਭਾਈ ਦੁੱਖ ਭੰਜਨ ਸਥਾਨ ਉੱਥੇ ਮਹਾਰਾਜ ਨੇ ਥੜਾ ਬਣਵਾਇਆ ਹੈ, ਤੇਹ ਗੁਰ ਬੈਠੇ ਕਾਰ ਕਰਾਵਹਿ। ਉਸ ਤੇ ਬੈਠ ਕੇ ਗੁਰੂ ਸਾਹਿਬ ਜੀ ਕਾਰ ਸੇਵਾ ਕਰਵਾਉਂਦੇ। ਜਬ ਇਸ ਦਿਨ ਤੇ ਖਨਿਓ ਮਹਾਨਾ। ਜਦੋਂ ਇਸ ਤਰ੍ਹਾਂ ਇਸ ਦਿਨ ਤੇ, ਦਿਨ ਦੀ ਜਗ੍ਹਾ ਤੇ ਦਿਸ ਪਾਠ ਸਹੀ ਹੈ। ਜਬ ਇਸ ਦਿਸ ਤੇ ਖਨਿਓ ਮਹਾਨਾ, ਜਦੋਂ ਇਸ ਪਾਸੇ ਤੋਂ ਜਿਹੜੀ ਖਦਾਈ ਬਹੁਤ ਹੋ ਗਈ, ਲਾਚੀ ਬਦਰੀ ਬੈਠਨ ਠਾਨਾ। ਫਿਰ ਗੁਰਮੁਖੋ ਇੱਕ ਲਾਚੀ ਬੇਰੀ ਹੈ ਜਿੱਥੇ ਮਹਾਰਾਜ ਨੇ ਬੈਠੇ, ਗੁਰੂ ਪਾਤਸ਼ਾਹ ਉੱਥੇ ਵੀ ਸਥਾਨ ਲਾਚੀ ਬੇਰੀ ਪਤਾ ਕਿੱਥੇ ਹੈ? ਜਦੋਂ ਆਪਾਂ ਗੁਰਮੁਖੋ ਮੁੱਖ ਜਿਹੜੀ ਡਿਉੜੀ ਹੈ ਅਕਾਲ ਤਖਤ ਸਾਹਿਬ ਦੇ ਸਾਹਮਣੇ, ਜਦੋਂ ਆਪਾਂ ਉਹ ਡਿਉੜੀ ਐਂਟਰ ਹੁੰਦੇ ਆ, ਡਿਉੜੀ ਐਂਟਰ ਹੋਣ ਤੋਂ ਪਹਿਲਾਂ ਬਾਹਰਲੇ ਪਾਸੇ ਜਿੱਥੋਂ ਆਪਾਂ ਪ੍ਰਸ਼ਾਦ ਲੈ ਕੇ ਨਿਕਲਦੇ ਆ ਨਾ ਬਾਹਰ, ਉੱਥੇ ਇੱਕ ਬੇਰੀ ਹੈ, ਉਹਨੂੰ ਭਾਈ ਲਾਚੀ ਬੇਰ ਕਿਹਾ ਜਾਂਦਾ ਹੈ। ਤੇ ਉਹ ਬੇਰੀ ਗੁਰੂ ਪਾਤਸ਼ਾਹ ਮਹਾਰਾਜ ਦੇ ਉੱਥੇ ਬੈਠਦੇ। ਤੇ ਉਹ ਬੇਰੀ ਨਾਲ ਹੋਰ ਵੀ ਇਤਿਹਾਸ ਜੁੜਿਆ ਹੋਇਆ। ਜਦੋਂ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਆਏ ਮੱਸੇ ਰੰਗੜ ਦਾ ਸਿਰ ਵੱਢਣ, ਤੇ ਉਸ ਬੇਰੀ ਨਾਲ ਘੋੜੇ ਬੰਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਇਤਿਹਾਸ ਨੇ, ਇਤਿਹਾਸਕ ਬੇਰੀਆਂ ਨੇ, ਉਹਨਾਂ ਨਾਲ ਇਤਿਹਾਸ ਜੁੜਿਆ। ਇਸ ਕਰਕੇ ਉਹਨਾਂ ਨਾਲ ਸਾਹਿਬ, ਕਿਉਂਕਿ ਸਾਹਿਬ ਦਾ ਇਤਿਹਾਸ ਜੁੜਿਆ ਹੋਇਆ ਉਹਨਾਂ ਨਾਲ। ਬੇਰੀਆਂ ਤਾਂ ਹੋਰ ਜੰਗਲਾਂ 'ਚ ਬਥੇਰੀਆਂ ਖੜੀਆਂ, ਟਾਲੀਆਂ ਬਥੇਰੀਆਂ, ਜੰਡ ਬੜੇ ਖੜੇ ਹੋਣਗੇ, ਉਦੋਂ ਤਾਂ ਬਹੁਤੇ ਸੀ, ਪਰ ਜਿਨ੍ਹਾਂ ਨਾਲ ਮਾਲਕ ਸਾਹਿਬ ਦਾ ਇਤਿਹਾਸ ਜੁੜ ਗਿਆ ਉਹ ਵੀ ਸਾਹਿਬ ਬਣ ਗਏ। ਗੁਰੂ ਪਾਤਸ਼ਾਹ ਮਹਾਰਾਜ ਇਉਂ ਸੇਵਾ ਕਰਵਾਉਂਦੇ। ਜਦੋਂ ਇਸ ਪਾਸੇ ਬਹੁਤੀ ਖੁਦਾਈ ਹੋਈ, ਲਾਚੀ ਬਦਰੀ ਬੈਠਣ ਠਾਨਾ, ਫਿਰ ਮਹਾਰਾਜ ਨੇ ਲਾਚੀ ਬੇਰੀ ਹੇਠਾਂ ਬੈਠਣਾ ਕੀਤਾ। ਬ੍ਰਿਧ ਕੋ ਉੱਤਰ ਦਿਸ ਹੈ ਲਗਾਇਓ। ਤੇ ਬਾਬਾ ਬੁੱਢਾ ਜੀ ਉਹਨਾਂ ਨੂੰ ਉੱਤਰ ਦਿਸ਼ਾ ਵਾਲੇ ਪਾਸੇ, ਜਿੱਧਰੋਂ ਹੁਣ ਆਪਾਂ ਜ਼ਿਆਦਾ ਜਾ ਕੇ ਨਮਸਕਾਰ ਕਰਦੇ ਆਂ, ਤੇ ਸੱਜੇ ਹੱਥ ਜਦੋਂ ਅੰਦਰ ਪਰਕਰਮੇ ਦਾਖਲ ਹੁੰਦੇ ਆ, ਬੇਰੀ ਬਾਬਾ ਬੁੱਢਾ ਜੀ ਦੀ ਬੇਰ ਹੈ, ਇਹ ਉੱਤਰ ਦਿਸ਼ਾ। ਉਧਰ ਬਾਬਾ ਬੁੱਢਾ ਜੀ ਨੂੰ ਲਵਾਇਆ ਹੈ। ਕਰ ਹੈ ਕਰਾਵਹਿ ਕਾਰ ਸੁਹਾਇਓ। ਉਹ ਆਪ ਵੀ ਸੇਵਾ ਕਰਦੇ, ਸੇਵਾ ਕਰਵਾਉਂਦੇ ਹਨ। ਸੁਹਾਇਓ ਸੋਹਣੀ ਸੁੰਦਰ। ਦੱਖਣ ਦਿਸ ਭਾਈ ਗੁਰਦਾਸ। ਤੇ ਜਿਹੜੇ ਦੱਖਣ ਦਿਸ਼ਾ ਹੈ, ਜਿੱਧਰਲੇ ਪਾਸੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ, ਉਸ ਪਾਸੇ ਭਾਈ ਸਾਹਿਬ ਭਾਈ ਗੁਰਦਾਸ ਜੀ ਬੈਠਦੇ ਹਨ। ਕਰੈ ਕਰਾਵਹਿ ਸੇਵਾ ਰਾਸ। ਆਪ ਭਾਈ ਗੁਰਦਾਸ ਜੀ ਉਧਰ ਸੇਵਾ ਕਰਦੇ ਤੇ ਕਰਾਉਂਦੇ ਹਨ। ਇੱਕ ਦਿਨ ਗੁਰ ਬ੍ਰਿਧ ਨਿਕਟ ਹਕਾਰੇ। ਇੱਕ ਦਿਨ ਗੁਰੂ ਸਾਹਿਬ ਜੀ ਨੇ ਭਾਈ ਬਾਬਾ ਬੁੱਢਾ ਜੀ ਨੂੰ ਕੋਲ ਸੱਦਿਆ ਹੈ। ਸ੍ਰੀ ਮੁਖ ਤੇ ਅਸ ਬਚਨ ਉਚਾਰੇ। ਆਪਣੇ ਸੁਹਾਏ ਮਾਨ ਮੁਖ ਤੋਂ ਇਸ ਤਰ੍ਹਾਂ ਬਚਨ ਕਹੇ ਹਨ। ਦੇਸ ਬਦੇਸਨ ਜਿਤਕ ਮਸੰਦ। ਕਿਹਾ ਬਾਬਾ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਵੀ ਮਸੰਦ ਹਨ, ਲਿਖੋ ਹੁਕਮ ਨਾਮੇ ਮਤਬੰਦ। ਹੇ ਸ਼ੁਭ ਬੁੱਧੀ ਵਾਲੇ ਬਾਬਾ ਜੀ, ਸਾਰੇ ਮਸੰਦਾਂ ਨੂੰ ਹੁਕਮਨਾਮੇ ਲਿਖੋ। ਗੁਰ ਤੀਰਥ ਕੀ ਹੋਵੈ ਕਾਰ। ਲਿਖੋ ਕਿ ਭਾਈ ਗੁਰੂ ਦੇ ਤੀਰਥ ਦੀ ਕਾਰ ਸੇਵਾ ਹੋ ਰਹੀ ਹੈ, ਜਿਸ ਤੇ ਮਿਲੈ ਪਦਾਰਥ ਚਾਰ। ਜਿਹੜੀ ਸੇਵਾ ਕਰਨ ਦੇ ਨਾਲ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰ ਸ਼ਰਧਾ ਔਰ ਧਾਰੈ ਜੋਏ।
ਜਿਹੜੇ ਵੀ ਭਾਈ ਗੁਰੂ ਪ੍ਰਤੀ ਹਿਰਦੇ ਅੰਦਰ ਸ਼ਰਧਾ ਧਾਰਦੇ ਹਨ, ਸੋ ਸਭ ਆਏ ਪ੍ਰਾਪਤੀ ਹੋਏ। ਉਹ ਸਾਰੇ ਆਓ ਇੱਥੇ, ਸੇਵਾ ਕਰੋ ਭਾਈਚਾਰੇ, ਪਦਾਰਥਾਂ ਦੀ ਪ੍ਰਾਪਤੀ ਹੋਵੇਗੀ। ਇਮ ਸੁਨ ਕੈ ਸਤਿਗੁਰ ਕੀ ਬਾਣੀ। ਇਸ ਤਰ੍ਹਾਂ ਗੁਰੂ ਸਾਹਿਬ ਦੇ ਬਚਨ ਸੁਣ ਕੇ ਲਿਖੇ ਹੁਕਮ ਨਾਮੇ ਸਭ ਥਾਨੀ। ਸਭ ਥਾਵਾਂ ਨੂੰ ਫਿਰ ਬਾਬਾ ਬੁੱਢਾ ਜੀ ਨੇ ਹੁਕਮਨਾਮੇ ਲਿਖ ਦਿੱਤੇ। ਜਹ ਕਹਿ ਸਿੱਖ ਸ਼ੀਘਰ ਹੀ ਧਾਏ। ਫਿਰ ਸਿੱਖਾਂ ਦੀ ਡਿਊਟੀ ਲਾਈ ਹੁਕਮਨਾਮਾ ਸਾਹਿਬ ਲਿਜਾਣ ਦੀ। ਇਹ ਭਾਈ ਫਿਰ ਹੁਕਮਨਾਮੇ ਤੁਸੀਂ ਲੈ ਕੇ ਜਾਓ। ਸਿੱਖ ਛੇਤੀ ਹੀ ਉਧਰ ਨੂੰ ਚੱਲ ਪਏ। ਸ੍ਰੀ ਗੁਰ ਕੋ ਫੁਰਮਾਨ ਸੁਨਾਏ। ਜਾ ਮਸੰਦਾਂ ਨੂੰ ਗੁਰੂ ਕਾ ਫਰਮਾਨ ਸੁਣਾ ਦਿੱਤਾ ਹੈ। ਅਦਕ ਖੁਸ਼ੀ ਗੁਰ ਹੋਇ ਸੁਨ ਬਾਤ। ਇਉਂ ਭਾਈ ਗੁਰੂ ਦੀ ਇਹ ਬਚਨ, ਗੁਰੂ ਕਾ ਉਪਦੇਸ਼, ਗੁਰੂ ਕਾ ਹੁਕਮ ਸੁਣ ਕਰਕੇ ਬਹੁਤ ਉਹਨਾਂ ਨੂੰ ਖੁਸ਼ੀ ਹੋਈ। ਸਿੱਖ ਭੇ ਸੁਭ ਹਰਖਤ ਗਾਤ। ਜਿੰਨੇ ਵੀ ਸਿੱਖ ਨੇ ਉਹ ਸਾਰੇ ਹੀ ਸੁਣ ਕਰਕੇ ਬਹੁਤ ਖੁਸ਼ ਹੋਏ ਹਨ। ਬਸਤਰ ਦਰਬ ਲੈ ਲੈ ਉਪਹਾਰੋ। ਤਾਂ ਸੰਗਤਾਂ ਕੋਈ ਬਸਤਰ ਲੈ ਲਏ, ਧਨ ਲੈ ਲਿਆ, ਹੋਰ ਭਟਾਵਾਂ ਲੈ ਲੈ ਕੇ ਆਏ। ਜਿਤ ਕਿਤ ਤੇ ਸੋ ਹਜ਼ਾਰੋਂ। ਹਜ਼ਾਰਾਂ ਦੀ ਤਦਾਦ ਵਿੱਚ ਜਿੱਥੋਂ ਕਿੱਥੋਂ ਵੀ ਸੰਗਤਾਂ ਪਹੁੰਚ ਗਈਆਂ। ਕਰੈ ਸੇਵ ਸਰ ਕੀ ਹਿਤ ਲਾਵੇ। ਤੇ ਪ੍ਰੇਮ ਲਾ ਕੇ ਸਰੋਵਰ ਦੀ ਸੇਵਾ ਕਰਦੇ ਹਨ। ਮਨ ਬਾਂਛਤ ਸਤਿਗੁਰ ਤੇ ਪਾਵੇ। ਸਤਿਗੁਰੂ ਜੀ ਤੋਂ ਮਨ ਇੱਛਤ ਫਲ ਪਾਉਂਦੇ ਨੇ। ਕਹਿ ਸੁਤ ਦੇਤ ਦਰਬ ਕਹਿ ਦੇਤ। ਕਿਸੇ ਨੂੰ ਭਾਈ ਕੋਈ ਪੁੱਤਰ ਦੀ ਮੰਗ ਕਰਦਾ, ਪੁੱਤਰ ਬਖਸ਼ਦੇ ਐ, ਔਲਾਦ ਬਖਸ਼ਿਸ਼ ਕਰਦੇ ਐ। ਕਿਸੇ ਨੂੰ ਭਾਈ ਦਰਬ, ਕੋਈ ਮਹਾਰਾਜ ਕਹਿੰਦਾ ਧਨ ਹੈ ਨਹੀਂ, ਮਹਾਰਾਜ ਉਹਨੂੰ ਕਿਰਪਾ ਕਰਦੇ ਨੇ, ਧੰਨਵਾਦ ਬਖਸ਼ਿਸ਼ ਕਰਦੇ ਆ ਕਿ ਮਹਾਰਾਜ ਕਹਿੰਦੇ ਤੇਰੀਆਂ ਕਿਰਤਾਂ ਦੇ ਵਿੱਚ ਬਰਕਤਾਂ ਪੈਣਗੀਆਂ। ਇਹ ਗੁਰਮੁਖੋ, ਜੇ ਕੋਈ ਕਹੇ ਵੀ ਮੈਂ ਬਹੁਤ ਮਿਹਨਤ ਕਰਦਾ ਤਾਂ ਮੇਰੇ ਕੋਲ ਧਨ ਆਉਂਦਾ ਹੈ। ਆਪਾਂ ਹੁਣ ਦੇਖ ਲਓ, ਨਿਗਾਹ ਮਾਰ ਕੇ ਕਈ ਪਰਿਵਾਰ ਆਪਾਂ ਵੇਖਦੇ ਹਾਂ ਕੰਮ ਵੀ ਬਹੁਤ ਕਰਦੇ, ਕਿਤੇ ਬੈਠੇ ਵੀ ਨਹੀਂ ਵਿਚਾਰੇ। ਸਾਰੀ ਦਿਹਾੜੀ ਆਪਾਂ ਕਹਿੰਦੇ ਵੀ ਫਲਾਣਾ ਸਾਰੀ ਉਮਰ ਕੰਮ ਕਰਦਿਆਂ ਦੀ ਲੰਘ ਗਈ, ਪਰ ਬਣਿਆ ਨਹੀਂ ਕੁਝ ਇਹਨਾਂ ਤੋਂ। ਉਹ ਕਈਆਂ ਤੇ ਹੈਰਾਨੀ ਵੀ ਹੁੰਦੀ ਹੈ ਨਾ ਵੀ ਕੋਈ ਇਹਨਾਂ ਨੇ ਬਹੁਤਾ ਨਸ਼ਾ ਨਹੀਂ ਕੀਤਾ, ਕੰਮ ਹੀ ਕਰੀ ਗਏ ਹੈ, ਬਣਿਆ ਕਿਉਂ ਨਹੀਂ, ਫਿਰ ਵੀ ਡਾਊਨ। ਉਹਦਾ ਭਾਵ ਕੀ ਹੈ? ਗੁਰੂ ਪਾਤਸ਼ਾਹ ਮਹਾਰਾਜ ਦੇ ਉਪਦੇਸ਼ ਨਾਲ ਨਾ ਜੁੜੇ, ਗੁਰੂ ਸਾਹਿਬ ਦੀ ਸਿੱਖੀ ਧਾਰ ਲੈਂਦੇ ਤਾਂ ਮਹਾਰਾਜ ਕਿਰਪਾ ਕਰਦਾ। ਇਹ ਬਰਕਤਾਂ ਜਿਹੜੀਆਂ ਨੇ, ਗੁਰ ਸੇਵਾ ਕਿੰਗ ਨਾ ਲੱਭਤੇ, ਕੀ ਨਹੀਂ ਲੱਭਦਾ, ਸਾਰਾ ਕੁਝ ਹੀ ਪ੍ਰਾਪਤ ਹੁੰਦਾ ਹੈ ਨਾ। ਪਾਛੰ ਕਰੋਤ ਅਗਰਣੀਵੈ, ਨਿਰਾਸੰ ਆਸ ਪੂਰਨੈ, ਨਿਰਧਨ ਭਯੰ ਧਨਵੰਤੈ, ਰੋਗੀਆਂ ਰੋਗ ਖੰਡਣੈ, ਭਗਤੰ ਭਗਤ ਦਾਨੰ, ਰਾਮ ਨਾਮ ਗੁਣ ਕੀਰਤਨ ਹੈ। ਸਭ ਕੁਝ ਮਿਲ ਜਾਂਦਾ ਸੇਵਾ 'ਚ। ਜਿਹੜਾ ਕੋਈ ਜ਼ਿੰਦਗੀ 'ਚ ਪਿੱਛੇ ਹੈ, ਜਿਵੇਂ ਕਿਸੇ ਪਿੱਛੇ ਰਹਿ ਗਿਆ, ਆ ਜ਼ਿੰਦਗੀ ਦੀ ਦੌੜ ਹੈ ਇੱਕ, ਇਹਦੇ 'ਚ ਪਿੱਛੇ ਰਹਿ ਗਿਆ, ਸੇਵਾ ਕਰਨ ਲੱਗ ਜੇ ਅੱਗੇ ਹੋ ਜੂ। ਪਾਛੰ ਕਰੋਤ ਅਗਰਣੀਵੈ, ਨਿਰਾਸੰ ਆਸ ਪੂਰਨ ਹੈ, ਨਿਰਾਸ਼ਿਆਂ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ। ਨਿਰਧਨ ਭਯੰ ਧਨਵੰਤ ਹੈ, ਜਿਹਦੇ ਕੋਲੇ ਧਨ ਨਹੀਂ ਉਹ ਧਨਵਾਨ ਹੋ ਜੂ। ਰੋਗੀਆਂ ਰੋਗ ਖੰਡਣਾ, ਰੋਗੀਆਂ ਦੇ ਰੋਗ ਦੂਰ ਹੋ ਜਾਣਗੇ। ਭਗਤੀ ਦਾ ਦਾਨ ਪ੍ਰਾਪਤ ਹੋ ਜੂ, ਪਰਮੇਸ਼ਰ ਦੇ ਗੁਣ ਕੀਰਤਨ ਮਹਿਮਾ ਦੀ ਪ੍ਰਾਪਤੀ। ਇਉਂ ਸਤਿਗੁਰੂ ਕਹਿੰਦੇ ਜਿਹੜਾ ਭਾਈ ਗੁਰ ਸੇਵਾ ਕਿੰਗ ਨਾਲ ਕੀ ਨਹੀਂ ਲੱਭਦਾ, ਸਭ ਕੁਝ ਲੱਭਦਾ ਹੈ। ਇਤਿਹਾਸ ਵਿੱਚ ਵੀ ਐਸੇ ਬਚਨ ਆਉਂਦੇ ਨੇ। ਮਹਾਰਾਜ ਨੂੰ ਪੁੱਛਿਆ, ਮਹਾਰਾਜ ਗਰੀਬੀ ਬਹੁਤ ਹੈ, ਕਿਵੇਂ ਦੂਰ ਹੋਵੇ? ਗੁਰੂ ਸਾਹਿਬ ਜੀ ਕਹਿੰਦੇ ਭਾਈ ਗੁਰੂ ਦੀ ਸਿੱਖੀ ਧਾਰਨ ਕਰਕੇ ਦਸਵੰਧ ਕੱਢਣਾ ਸ਼ੁਰੂ ਕਰ ਦੇਵੇ, ਜਿੰਨੀ ਵੀ ਕਮਾਈ ਹੈ ਉਹਦੀ, ਤਾਂ ਉਹਦੇ ਘਰ ਵਿੱਚ ਗਰੀਬੀ ਨਹੀਂ ਰਹੂਗੀ, ਮਹਾਰਾਜ ਦੀ ਕਿਰਪਾ ਹੋਊ। ਤੋ ਬਹੁਤ ਐਸੇ ਸਾਨੂੰ ਮਹਾਰਾਜ ਨੇ, ਜਿਵੇਂ ਹੁਣ ਇਹ ਰੋਗ ਹੀ ਹੈ, ਦਲਿੱਦਰੀ ਵੀ ਇੱਕ ਰੋਗ ਹੈ, ਘਰਾਂ 'ਚ ਦੁੱਖ ਹੋਰ ਕਿੰਨੇ ਤਰ੍ਹਾਂ ਦੇ,
ਤੇ ਇਹਦੇ ਇਲਾਜ ਜਦੋਂ ਆਪਾਂ ਕਥਾ ਸੁਣਦੇ ਆਂ, ਗੁਰਬਾਣੀ 'ਚ ਗੁਰੂ ਦੇ ਇਤਿਹਾਸ ਵਿੱਚ ਦੱਸੇ ਹੋਏ ਨੇ, ਤੇ ਉਹ ਉਪਚਾਰ ਕੋਈ ਕਰਨੇ ਸ਼ੁਰੂ ਕਰ ਦੇਵੇ ਤਾਂ ਕਿਰਪਾ ਹੋ ਜਾਂਦੀ ਹੈ। ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਨੇ। ਕਹਿ ਸੁੱਤ ਦੇਤ ਦਰਬ ਕਹਿ ਦੇਤ। ਕਿਸੇ ਨੂੰ ਭਾਈ ਪੁੱਤਰ ਧੀਆਂ ਦੀ ਬਖਸ਼ਿਸ਼ ਕਰਦੇ ਆ, ਕਿਸੇ ਨੂੰ ਦਰਬ ਧਨ ਦੀ ਬਖਸ਼ਿਸ਼ ਕਰ ਰਹੇ ਹਨ। ਕਿਸ ਕੇ ਹੋਏ ਗਨ ਪਸ਼ੂ ਨਕੇਤ। ਕੋਈ ਕਹਿੰਦਾ ਮਹਾਰਾਜ ਘਰ ਵਿੱਚ ਪਸ਼ੂ ਨਹੀਂ ਤੰਦਰੁਸਤ ਰਹਿੰਦੇ, ਮਹਾਰਾਜ ਸੇਵਾ ਕਰਨ ਵਾਲਿਆਂ ਤੇ ਮਿਹਰਾਂ ਕਰਦੇ, ਕਿਸੇ ਦੇ ਘਰ ਵਿੱਚ ਬੇਅੰਤ ਪਸ਼ੂ ਹੋ ਜਾਂਦੇ ਹਨ। ਕਿਹ ਕੋ ਦੁੱਖ ਕਾਟੈ ਤਨ ਰੋਗ। ਕੋਈ ਸੇਵਾ ਕਰਨ ਵਾਲਾ ਤੇ ਦ੍ਰਿਸ਼ਟੀ ਕਿਸੇ ਦਾ ਮਹਾਰਾਜ ਸਰੀਰ ਦਾ ਰੋਗ ਕੱਟ ਰਹੇ ਨੇ। ਦੇ ਕਿਸ ਕੋ ਸਭ ਜਗ ਕੋ ਭੋਗ। ਕਿਸੇ ਨੂੰ ਭਾਈ ਸਾਰੇ ਜਗਤ ਦੇ ਭੋਗ ਪਦਾਰਥ ਬਖਸ਼ ਰਹੇ ਹਨ। ਕਿਹ ਬੈਰਾਗ ਨਾਮ ਕਿਸ ਦੇਹੀ। ਹੁਣ ਕੋਈ ਜਿਨ੍ਹਾਂ ਕੋਲੇ ਸੰਸਾਰੀ ਵਸਤੂ ਸਾਰਾ ਕੁਝ ਹੁੰਦੀ ਹੈ, ਫਿਰ ਮਹਾਰਾਜ ਵਿਰਾਗ ਦੀ ਅਵਸਥਾ ਬਖਸ਼ ਦਿੰਦੇ ਆ। ਕਿਸੇ ਨੂੰ ਨਾਮ ਧਨ ਬਖਸ਼ਿਸ਼ ਕਰ ਰਹੇ ਹਨ। ਕਿਸ ਕੇ ਔਰ ਬਿਕਾਰ ਹਰ ਲੇਹੀ। ਕੋਈ ਐਸਾ ਜਿਹਦੇ ਹਿਰਦੇ 'ਚ ਵਿਕਾਰ ਹੈ, ਮਹਾਰਾਜ ਉਹ ਭਾਈ ਵਿਕਾਰ ਵੀ ਹਰ ਲੈਂਦੇ ਆ, ਨਾਸ਼ ਕਰ ਦਿੰਦੇ ਨੇ। ਸ਼ਾਂਤ ਦਾਤ ਕਿਸ ਧੀਰਜ ਖੇਮਾ। ਕਿਸੇ ਨੂੰ ਸ਼ਾਂਤੀ ਦੀ ਦਾਤ, ਕਿਸੇ ਨੂੰ ਭਾਈ ਧੀਰਜ, ਕਿਸੇ ਨੂੰ ਖਿਮਾ ਬਖਸ਼ਿਸ਼ ਕਰਦੇ ਐ। ਦਇਆ ਸੰਤੋਖ ਦਇਓ ਕਿਸ ਜਮਾ। ਕਿਸੇ ਨੂੰ ਦਇਆ ਦੀ ਬਖਸ਼ਿਸ਼ ਕਰਦੇ, ਧਰਮ ਦੇ ਗੁਣ ਨੇ ਨਾ, ਖਿਮਾ ਅਹਿੰਸਾ, ਇਸ ਤਰ੍ਹਾਂ ਦਇਆ ਮਰਿਦ ਸਤ ਬਚਨ ਤਪ ਦਾਨ ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ 10 ਜਾਨ। ਜੋ ਸ਼ਾਸਤਰ ਕਰਤਾ ਕਹਿੰਦਾ ਕਿ ਧਰਮ ਦੇ 10 ਚਿੰਨ੍ਹ ਹੈ। ਜਦੋਂ ਮਨੁੱਖ ਦੇ ਵਿੱਚ ਇਹ 10 ਆ ਜਾਂਦੇ ਆ, ਉਦੋਂ ਇਹ ਧਰਮੀ ਬਣਦਾ ਹੈ। ਧਰਮੀ ਕਹਾਉਣਾ ਹੋਰ ਗੱਲ ਹੈ, ਧਰਮੀ ਬਣ ਜਾਣਾ ਹੋਰ ਗੱਲ ਹੈ। ਕਿਸੇ ਨੂੰ ਮਹਾਰਾਜ ਭਾਈ ਦਇਆ ਬਖਸ਼ਦੇ ਆ, ਸੰਤੋਖ ਦਿੰਦੇ ਨੇ। ਦਇਓ ਕਿਸ ਜਮਾ। ਕੋਈ ਕਿਸੇ ਨੂੰ ਜਮਾ ਤੋਂ ਬਚਾਉਂਦੇ ਹਨ। ਭਾਉ ਭਗਤ ਸਿਮਰਨ ਸਤਨਾਮ। ਕਿਸੇ ਨੂੰ ਪ੍ਰੇਮਾ ਭਗਤੀ, ਕਿਸੇ ਨੂੰ ਸੱਚੇ ਨਾਮ ਦਾ ਸਿਮਰਨ ਬਖਸ਼ਦੇ। ਨਾਮ ਦਾਨ ਸੁਚ ਸੰਜਮ ਸ਼ਾਮੂ। ਕਿਸੇ ਨੂੰ ਨਾਮ ਦਾਨ, ਕਿਸੇ ਨੂੰ ਸੁਚ, ਕਿਸੇ ਨੂੰ ਸੰਜਮ ਤੇ ਸ਼ਾਮੂ। ਕਿਸੇ ਨੂੰ ਭਾਈ ਸ਼ਰਨ ਵਿੱਚ ਰਹਿਣ ਵਾਲੀ ਸੁਰਤੀ ਜਾਂ ਸਮਦ੍ਰਿਸ਼ਟੀ ਦੀ ਸੁਰਤੀ ਬਖਸ਼ਦੇ ਨੇ। ਬ੍ਰਹਮ ਗਿਆਨ ਕਿਸ ਕੇ ਔਰ ਦੇਤ। ਕਿਉਂਕਿ ਅਧਿਕਾਰੀ ਹੈ ਨਾ, ਜਿਹੋ ਜਿਹਾ ਕੋਈ ਅਧਿਕਾਰੀ ਹੈ। ਦੇਖੋ ਕੋਈ ਪ੍ਰਾਇਮਰੀ 'ਚ ਪੜ੍ਹਦਾ ਹੈ, ਕੋਈ ਪਹਿਲੀ ਕਲਾਸ ਹੈ, ਕਿਸੇ ਦੀ ਦੂਜੀ ਹੈ। ਇਸੇ ਤਰ੍ਹਾਂ ਹੁਣ ਜਿਵੇਂ ਪਹਿਲਾਂ ਹੀ ਆਇਆ ਕੋਈ, ਤੇ ਜਿਹੋ ਜਿਹਾ ਕੋਈ ਅਧਿਕਾਰੀ ਹੁੰਦਾ ਹੈ, ਉਹਨੂੰ ਉਹੇ ਜਿਹੀ ਮਹਾਰਾਜ ਕਿਰਪਾ ਕਰਦੇ ਆ। ਕੋਈ ਭਾਈ ਬ੍ਰਹਮ ਗਿਆਨ ਦਾ ਅਧਿਕਾਰੀ ਬਣ ਗਿਆ, ਸੇਵਾ ਵੀ ਕੀਤੀ, ਸਿਮਰਨ ਕਰਦਾ ਸੀ, ਤੇ ਉਹਦੇ ਹਿਰਦੇ ਵਿੱਚ ਫਿਰ ਬ੍ਰਹਮ ਗਿਆਨ ਕਿਸ ਕੇ ਔਰ ਦੇਤ। ਕਿਸੇ ਦੇ ਹਿਰਦੇ ਵਿੱਚ ਮਹਾਰਾਜ ਬ੍ਰਹਮ ਗਿਆਨ ਦੇ ਰਹੇ ਹਨ। ਕਿਸ ਮਮਤਾ ਹੰਤਾ ਹਰ ਲੇਤ। ਕਿਸੇ ਦੀ ਹੰਗਤਾ ਮਮਤਾ, ਇਹ ਜਿਹਨੂੰ ਮੈਂ ਮੇਰੀ ਵੀ ਕਿਹਾ, ਹੰਗਤਾ ਮਮਤਾ ਕਿਹਾ, ਇਹ ਹਰ ਲੈਂਦੇ ਨੇ, ਭਾਵ ਨਾਸ਼ ਕਰ ਦਿੰਦੇ ਆ। ਹਰ ਨਾਮ ਚੁਰਾਉਣ ਦਾ ਵੀ ਇਹ ਗੁਰੂ ਦੇਖੋ ਆਪਣੇ ਅੰਦਰੋਂ ਵਿਕਾਰਾਂ ਨੂੰ ਚੁਰਾ ਲੈਂਦਾ ਹੈ, ਤੇ ਸਤਿਗੁਰੂ ਏਡੀ ਕਿਰਪਾ ਕਰਦਾ। ਹਰ ਜਿਹੜਾ ਸ਼ਬਦ ਹੈ ਨਾ, ਹਰ ਦਾ ਅਰਥ ਚੋਰ ਹੈ, ਆਹ ਚੁਰਾਉਣਾ ਹੈ। ਤੇ ਹਰੀ ਅਰਥ ਕੀ ਹੈ? ਹਰੀ ਦਾ ਅਰਥ ਗ੍ਰੰਥਾਂ ਵਿੱਚ ਚੋਰ ਲਿਖਿਆ। ਰੱਬ ਦਾ ਨਾਮ ਹਰੀ, ਕਿ ਜਿਹੜਾ ਰੱਬ ਹੈ ਇਹ ਵੀ ਚੋਰ ਹੈ, ਪਰ ਉਹ ਕੀ ਚੁਰਾਉਂਦਾ ਹੈ? ਜਿਹੜੇ ਰੱਬ ਨੂੰ ਮੰਨਣ ਲੱਗ ਜਾਂਦੇ ਨੇ, ਉਹਨਾਂ ਦੇ ਅੰਦਰੋਂ ਵਿਕਾਰ ਚੁਰਾ ਲੈਂਦਾ ਰੱਬ। ਉਹਨਾਂ ਦੀ ਮਾੜੀ ਸੋਚ, ਸਭ ਕੁਝ ਚੁਰਾ ਲੈਂਦਾ, ਚੋਰੀ ਕਰ ਲੈਂਦਾ, ਤੇ ਉਹਦੇ ਅੰਦਰ ਚੰਗੀ ਚੰਗੀ ਚੀਜ਼ ਰਹਿ ਜਾਂਦੀ ਹੈ। ਇਸ ਤਰ੍ਹਾਂ ਇਹ ਸ਼ਬਦਾਂ ਦੇ ਅਰਥ ਨੇ। ਰਹੋ ਵਿਚਾਰ। ਗੁਰੂ ਪਾਤਸ਼ਾਹ ਮਹਾਰਾਜ ਕਿਸੇ ਦੀ ਹੰਗਤਾ ਮਮਤਾ ਨੂੰ ਹਰਦੇ ਹਨ। ਸਦਾ ਬ੍ਰਤ ਇਮ ਗੁਰੂ ਲਗਾਇਓ। ਇਹ ਹੈ ਭਾਈ ਸਦਾ ਬ੍ਰਤ, ਜਿਹੜਾ ਸਤਿਗੁਰਾਂ ਨੇ ਲਾਇਆ ਹੋਇਆ ਹੈ।
ਯਸ ਸਮ ਪੂਨਮ ਚੰਦ ਸੁਹਾਇਓ। ਇਉਂ ਜਿਹੜਾ ਜਸ ਹੈ ਪੁੰਨਿਆਂ ਦੇ ਚੰਦ ਵਾਂਗੂ ਸ਼ੋਭਦਾ ਹੈ। ਜਿਨ ਜਿਨ ਸੇਵਾ ਕੀਨ ਵਡੇਰੇ, ਜਿਨ੍ਹਾਂ ਜਿਨ੍ਹਾਂ ਨੇ ਵੀ ਭਾਈ ਉਹ ਵੱਡੀ ਸੇਵਾ ਮੁਖੀ ਗੁਰਸਿੱਖ ਐਸੇ ਕੀਤੀ। ਲਿਖੋ ਨਾਮ ਕਛ ਤਿਨ ਇਸ ਬੇਰੇ। ਇਸ ਸਮੇਂ ਕਹਿੰਦੇ ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਭਾਈ ਉਹਨਾਂ ਦੇ ਕੁਛ ਕੁ ਨਾਮ ਮੈਂ ਲਿਖਣ ਲੱਗਿਆ ਹਾਂ। ਸਿੱਖ ਭਾਈ ਭਗਤੂ ਗੁਣ ਧਾਮੂ, ਜੋ ਚੌਥੇ ਪਾਤਸ਼ਾਹ ਮਹਾਰਾਜ ਨੇ ਭਾਈ ਆਦਮ ਤੇ ਪੁੱਚੋ ਦਾ ਵਾਸੀ ਸੀ, ਸਿੱਧੂ ਗੋਤ ਦਾ ਜੱਟ ਜਿਹਦੇ ਤੇ ਕਿਰਪਾ ਕੀਤੀ। ਫਿਰ ਉਹਦੇ ਘਰੇ ਭਾਈ ਭਗਤੂ ਨੇ ਜਨਮ ਲਿਆ। ਸਿੱਧੂ ਗੋਤ ਦੇ ਇਹ ਪਰਿਵਾਰ ਵਿੱਚ ਭਾਈ ਭਗਤੂ ਜਿਹੜਾ ਹੈ ਗੁਣ ਧਾਮੂ, ਗੁਣਾਂ ਦਾ ਜੋ ਘਰ ਹੈ। ਕਰ ਹੈ ਕਾਰ ਸਿਮਰਹਿ ਹਰ ਨਾਮੂ, ਤੇ ਉਹ ਕਾਰ ਕਰਦਾ, ਸੇਵਾ ਕਰਦਾ, ਪਰਮੇਸ਼ਰ ਦਾ ਨਾਮ ਸਿਮਰਦਾ। ਮੰਝ ਪ੍ਰਾਣਾ ਸਿੱਖੀ ਪੋਤਾ, ਤੇ ਭਾਈ ਮੰਝ ਭਾਈ ਪ੍ਰਾਣਾ ਜੀ ਜਿਹੜੇ ਸਿੱਖੀ ਦੇ ਵਿੱਚ ਪਰੋਤੇ ਹੋਏ ਹਨ। ਕਰ ਹੈ ਕਾਰ ਔਰ ਆਨੰਦ ਹੋਤਾ, ਇਹ ਵੀ ਕਾਰ ਸੇਵਾ ਕਰਦੇ, ਹਿਰਦੇ ਵਿੱਚ ਆਨੰਦ ਹੁੰਦਾ ਹੈ। ਬ੍ਰਿਧ ਭਈ ਸੰਤਤ ਜੇ ਰਾਸ, ਇਸ ਤਰ੍ਹਾਂ ਭਾਈ ਬ੍ਰਿਧ ਭਈ ਸੰਤਤ ਜੇ ਰਾਸ, ਸੰਤਤ ਨਾਮ ਔਲਾਦ ਦਾ। ਬ੍ਰਿਧ ਭਈ ਬਾਬਾ ਬੁੱਢਾ ਜੀ ਤੇ ਇਹਨਾਂ ਦੀ ਬੇਅੰਤ ਅੱਗੇ ਸੰਤਾਨ ਜੋ ਉਹ ਵੀ ਸੇਵਾ ਕਰਦੀ ਹੈ। ਕਰ ਹੈ ਕਾਰ ਭਾਈ ਗੁਰਦਾਸ, ਤੇ ਭਾਈ ਗੁਰਦਾਸ ਜੀ ਭੱਲੇ ਖੱਤਰੀ ਪਰਿਵਾਰ ਚੋਂ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ, ਇਹ ਵੀ ਸੇਵਾ ਕਰਦੇ ਹਨ। ਗੁਰਮੁਖੋ ਜਦੋਂ ਇਤਿਹਾਸ ਪੜ੍ਹਦੇ ਹਨ ਤੁਸੀਂ ਇਹ ਪੜ੍ਹੋ, ਦੇਖੋਗੇ ਕਿ ਸਭ ਤੋਂ ਪਹਿਲਾਂ ਜੇ ਵੱਧ ਸਿੱਖੀ ਧਾਰੀ ਆ ਉਹ ਖੱਤਰੀਆਂ ਨੇ ਧਾਰੀ ਹੈ ਗੁਰੂ ਕੀ ਸਿੱਖੀ। ਤੇ ਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਤੇ ਆਤਮਿਕ ਆਨੰਦ ਬਹੁਤ ਬ੍ਰਾਹਮਣ ਵੀ ਆਏ। ਫਿਰ ਕਿਉਂਕਿ ਗਿਣਤੀ ਦੇ ਹਿਸਾਬ ਨਾਲ ਹੀ ਹੁੰਦਾ ਸੀ, ਗਿਣਤੀ ਜਿਹੜੀ ਸੀ ਉਦੋਂ ਖੱਤਰੀਆਂ ਦੀ ਬਹੁਤ ਸੀ ਤੇ ਮਹਾਰਾਜ ਦੀ ਸਿੱਖੀ ਨੂੰ ਧਾਰਨ ਕੀਤਾ। ਇਸ ਕਰਕੇ ਖੱਤਰੀ ਬਹੁਤ ਮਹਾਰਾਜ ਦੇ ਦਰ ਦੇ ਸ਼ਰਧਾਲੂ ਬਣੇ। ਫਿਰ ਬਾਕੀ ਵੀ ਹੁੰਦਾ ਕਿਉਂਕਿ ਫਿਰ ਜਿਹੜੇ ਕੁਛ ਜਿਹੜੇ ਜੱਟ ਪਰਿਵਾਰਾਂ ਵਿੱਚੋਂ ਸੀ ਉਹ ਵੀ ਗੁਰੂ ਕੇ ਲੜ ਲੱਗੇ। ਫਿਰ ਇਹਨਾਂ ਨਾਲ ਸੰਬੰਧਿਤ ਪਰਿਵਾਰ, ਜਿਵੇਂ ਹੁਣ ਘਰਾਂ ਦੇ ਵਿੱਚ ਕੋਈ ਲਾਗੀ ਕੰਮ ਕਰਦਾ ਉਹ ਪਰਿਵਾਰਾਂ ਨਾਲ ਜਾਣ ਲੱਗ ਗਏ, ਉਹਨਾਂ ਨੇ ਸਿੱਖੀ ਧਾਰਨ ਕੀਤੀ। ਜਿਵੇਂ ਭਾਈ ਧਿੰਗਾ ਜੀ ਉਹ ਨਾਈ ਪਰਿਵਾਰ ਵਿੱਚੋਂ, ਭਾਈ ਬੱਲੂ ਜੀ ਨਾਈ ਪਰਿਵਾਰ, ਫਿਰ ਸੁਨਿਆਰੇ, ਕਿਉਂਕਿ ਫਿਰ ਲੜੀ ਜੁੜਦੀ ਹੈ ਨਾ ਇੱਕ ਦੂਜੇ ਦੇ, ਕੋਈ ਕਾਰ ਕੰਮ ਜਾਂਦਾ ਉਹ ਵੀ ਮਹਾਰਾਜ ਦੇ ਦਰ ਤੇ ਆਉ ਜਿਹੜੀ ਆ ਸਿੱਖੀ ਨੂੰ ਧਾਰਨ ਕਰਨ ਲੱਗੇ। ਛੇਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਫਿਰ ਗੁਰਮੁਖੋ ਜਿਨ੍ਹਾਂ ਨੂੰ ਮਜ਼੍ਹਬੀ ਕਹਿੰਦੇ ਆ ਉਹ ਵੀ ਫਿਰ ਮਹਾਰਾਜ ਦੇ ਦਰ ਤੇ ਕੁਛ ਆਏ। ਉਹ ਫਿਰ ਇਸ ਤਰ੍ਹਾਂ ਕਿ ਸੇਵਾ, ਕਿਉਂਕਿ ਉਹੋ ਜਿਹੀ ਕਾਰ ਘੋੜਿਆਂ ਦੀ ਸੇਵਾ ਕਰਨੀ ਹੋਰ ਇਉਂ ਕੁਝ ਆਏ। ਹੌਲੀ ਹੌਲੀ ਇਹ ਜਿਹੜਾ ਸੀ ਵੱਖ-ਵੱਖ ਜਿਹੜੀਆਂ ਇਸ ਸਮਾਜ ਦੇ ਵਿੱਚ ਜਾਤਾਂ ਸਨ ਉਹ ਗੁਰੂ ਦੇ ਦਰ ਤੇ ਇਕੱਤਰ ਹੋ ਕੇ ਗੁਰੂ ਕੀ ਸਿੱਖੀ ਧਾਰਦੇ ਰਹੇ। ਭਾਵੇਂ ਕਿ ਹੁਣ ਬਹੁਤ ਹੈ, ਹੁਣ ਇੱਕ ਕੁਛ ਇਹੋ ਜਿਹੇ ਹੈਗੇ ਨੇ ਉਹ ਹਰੇਕ ਨੂੰ ਹੀ ਕਹਿੰਦੇ ਜੀ ਫਲਾਣਾ ਵੀ ਮਜ਼੍ਹਬੀ ਸੀ, ਟਮਕਾਣਾ ਵੀ ਬਾਬਾ ਬੁੱਢਾ ਵੀ ਮਜ਼੍ਹਬੀ ਹੋਏ, ਅਖੇ ਜੀ ਭਾਈ ਭਗਤੂ ਜੀ ਵੀ ਮਜ਼੍ਹਬੀ ਹੋਏ। ਤੇ ਇਹ ਉਪਰ ਕੀ ਹੈ, ਉਹ ਕੁਝ ਬੰਦੇ ਨੇ ਜਿਹੜੇ ਜਾਤਾਂ ਪਾਤਾਂ ਤੇ ਲੜਾਉਣਾ ਚਾਹੁੰਦੇ ਆ। ਸਿੱਖੀ ਤਾਂ ਪਹਿਲੀ ਗੱਲ ਹੈ ਕਿ ਇੱਥੇ ਆ ਕੇ ਤਾਂ ਜਾਤ ਮਿਟ ਜਾਂਦੀ ਹੈ ਜਦੋਂ ਗੁਰੂ ਕੀ ਸਿੱਖੀ ਧਾਰਨ ਕਰ ਲਈ। ਪਰ ਜਦੋਂ ਇਤਿਹਾਸਕ ਪੱਖ ਦੱਸਣਾ ਹੁੰਦਾ ਸਿਰਫ ਉਦੋਂ ਇਹ ਗੱਲ ਨਾਲ ਕਰਨੀ ਪੈਂਦੀ ਹੈ ਵੀ ਇਹਦਾ ਪਿਛੋਕੜ ਕੀ ਸੀ, ਇਹ ਕਿਹੜੀ ਜਾਤ 'ਚ ਪੈਦਾ ਹੋਇਆ, ਕੀ ਇਹਦਾ ਗੋਤ ਸੀ। ਇਸ ਕਰਕੇ ਬਾਬਾ ਬੁੱਢਾ ਜੀ ਹੁਣ ਜਿਵੇਂ ਰੰਧਾਵਾ ਗੋਤ ਦੇ ਭਾਈ ਅਜਿੱਤਾ ਰੰਧਾਵਾ, ਇਹ ਗੋਤ ਇਹ ਜੱਟ ਜ਼ਿਮੀਂਦਾਰਾਂ ਦੇ ਗੋਤ ਆ ਜਾਂਦੇ ਆ। ਉਹ ਫਿਰ ਉਹ ਤਾਂ ਸਿਰਫ ਪਿਛੋਕੜ ਹੈ। ਗੁਰੂ ਦੇ ਦਰ ਤੇ ਤਾਂ ਗੁਰਮੁਖੋ ਮਹਾਰਾਜ ਨੇ ਨਾ ਇਹਨਾਂ ਸਿੱਖਾਂ ਨੇ ਕਦੇ ਆਪਦੀ ਜਾਤ ਦਾ ਕੋਈ ਮਾਣ ਹੀ ਕੀਤਾ ਸੀ, ਨਾ ਇਸ ਗੱਲ ਦੀ ਕੋਈ ਵਿਚਾਰ ਹੀ ਹੁੰਦੀ ਸੀ। ਤਾਂ ਹੁਣ ਦੁਨੀਆ ਦੇ ਵਿੱਚ ਚੱਲ ਪਿਆ ਹੈ। ਬ੍ਰਿਧ ਭਈ ਸੰਤਤ ਜੇ ਰਾਸ, ਜੋ ਬਾਬਾ ਬੁੱਢਾ ਜੀ ਤੇ ਉਹਨਾਂ ਦੀ ਸੰਤਾਨ ਉਹ ਸੇਵਾ ਕਰਦੇ ਹਨ। ਕਰਹਿ ਕਾਰ ਭਾਈ ਗੁਰਦਾਸ,
ਭਾਈ ਗੁਰਦਾਸ ਜੀ ਸੇਵਾ ਕਰਦੇ ਦੋ ਹੋਰਾ, ਪੁਰੀਆ ਚੂਹੜ ਚੌਧਰੀ, ਪੈੜਾ ਕਿਸ਼ਨਾ ਨਾਮ। ਭਾਈ ਪੁਰੀਆ ਜੀ, ਭਾਈ ਚੂਹੜ ਜੀ, ਚੂਹੜ ਨਾਮ ਸੀ, ਇਹ ਖੱਤਰੀਆਂ ਚ ਆ ਜਾਂਦੇ ਆ, ਤੇ ਚੌਧਰੀ ਸੀ ਪੈੜਾ ਕਿਸ਼ਨਾ। ਇਹ ਗੁਰਸਿੱਖਾਂ ਦੇ ਨਾਮ ਹਨ ਜਿਹੜੇ ਮੁਖੀ ਗੁਰਸਿੱਖ ਸੇਵਾ ਕਰਦੇ। ਬਾਲਾ ਸੁਗੜ ਤੇ ਲੋਕ ਹੈ, ਸਾਮੁੰਦਾ ਗੁਣ ਧਾਮ। ਭਾਈ ਬਾਲਾ, ਭਾਈ ਸੁਗੜ, ਭਾਈ ਤਲੋਕ, ਤਲੋਕਾ, ਭਾਈ ਸਮੁੰਦਾ, ਜੋ ਗੁਣਾਂ ਦੇ ਘਰ ਹਨ, ਇਹ ਸੇਵਾ ਕਰ ਰਹੇ ਐ। ਬੂਲਾ ਚੰਡੀ ਤੁਲਸੀਆ, ਭਾਗੀਰਥ ਕਲਿਆਣ। ਫਿਰ ਭਾਈ ਬੂਲਾ, ਭਾਈ ਚੰਡੀ, ਤੁਲਸੀਆ ਜੀ, ਭਾਈ ਭਗੀਰਥ ਜੀ, ਭਾਈ ਕਲਿਆਣਾ ਜੀ, ਇਹ ਸੇਵਾ ਕਰਦੇ ਨੇ। ਲਾਲੂ ਬਾਲੂ ਹਰੀ ਜਸ, ਗੋਖੂ ਟੋੜ ਮਹਾਨ। ਫਿਰ ਭਾਈ ਲਾਲੂ, ਭਾਈ ਬਾਲੂ, ਭਾਈ ਹਰੀ ਜਸ ਜੀ, ਭਾਈ ਗੋਖੂ ਜੀ, ਭਾਈ ਟੋਡੂ ਜੀ, ਇਹ ਮਹਾਨ ਗੁਰਸਿੱਖ ਨੇ। ਝੰਜ ਕਿਦਾਰਾ ਗੋਇੰਦਾ, ਮੋਹਨ ਕੂਕਾ ਜਾਨ। ਭਾਈ ਝੰਜ, ਭਾਈ ਕਿਦਾਰਾ ਜੀ, ਭਾਈ ਗੋਇੰਦਾ ਜੀ, ਭਾਈ ਮੋਹਨ ਜੀ, ਭਾਈ ਕੂਕਾ ਜੀ, ਇਹ ਜਾਣ ਲਓ। ਬਾਲਾ ਮਰਵਾਹਾ ਅਪਰ, ਜੋਦਾ ਟੁੱਟਾਆਨ। ਫਿਰ ਭਾਈ ਬਾਲਾ ਮਰਵਾਹਾ, ਇਹ ਖੱਤਰੀਆਂ ਦਾ ਗੋਤ ਹੈ ਮਰਵਾਹਾ। ਹੋਰ ਭਾਈ ਜੋਧਾ, ਭਾਈ ਟੁੱਟਾ ਇਤਿਆਦਿਕ ਸੇਵਾ ਕਰਦੇ ਨੇ। ਇਤਿਆਦਿਕ ਕੀਤੇ ਗਿਨ ਹੈ, ਸਿੱਖ ਲੱਗੇ ਸਭ ਕਾਰ। ਸੰਤ ਰੇਣ ਜੀ ਕਹਿੰਦੇ ਭਾਈ ਇਤਿਆਦਿਕ ਕਿੰਨੇ ਕੁ ਗਿਣੀਏ ਜਿਹੜੇ ਸਿੱਖ ਗੁਰੂ ਸਾਹਿਬ ਦੇ ਇਸ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਵਿੱਚ ਲੱਗੇ ਹਨ। ਗਾਨਮ ਸੰਦ ਸਭ ਦੇਸ਼ ਤੇ, ਸੰਗਤ ਆਹੇ ਹਜ਼ਾਰ। ਫਿਰ ਬੇਅੰਤ ਮਸੰਦ ਨੇ ਸਾਰੇ ਦੇਸ਼ਾਂ ਦੇ, ਤੇ ਹੋਰ ਹਜ਼ਾਰਾਂ ਸੰਗਤਾਂ ਆ ਕੇ ਸੇਵਾ ਕਰਦੇ ਹਨ। ਚੌਪਈ ਗੁਰ ਕਾਰਜ ਹਰ ਆਪ ਕਰਾਵੇ, ਗੁਰੂ ਸਾਹਿਬ ਜੀ ਭਾਈ ਆਪ ਸੇਵਾ ਕਰਵਾਉਂਦੇ। ਨਈ ਨਈ ਸੰਗਤ ਨਿਤ ਆਵੇ, ਤੇ ਨਵੀਂ ਨਵੀਂ ਸੰਗਤ ਰੋਜ਼ ਗੁਰੂ ਸਾਹਿਬ ਦੇ ਦਰ ਤੇ ਆਉਂਦੀ ਹੈ। ਪੁਰਬ ਵਿਸਾਖੀ ਆਦਿਕ ਜੇ ਹੈ, ਜਿਹੜੇ ਕੋਈ ਵਿਸਾਖੀ ਦੇ ਪੁਰਬ ਹਨ, ਵੱਡੇ ਜੋੜ ਮੇਲੇ। ਮੇਲਾ ਮਹਾ ਉਪਾਇਨ ਦੇ ਹੈ, ਇਹ ਵੱਡੇ ਮੇਲਿਆਂ ਤੇ ਆ ਕੇ ਬਹੁਤ ਸੰਗਤਾਂ ਮਹਾਰਾਜ ਦੇ ਦਰ ਤੇ ਭੇਟਾ ਆ ਕੇ ਦਿੰਦੀਆਂ ਹਨ। ਸੋ ਸਗਰੀ ਸਗਰੀ ਕਰ, ਸੋ ਸਗਰੇ ਸਗਰੀ ਕਰ ਕਾਰਾ। ਇਉਂ ਭਾਈ ਇਹ ਸਾਰੇ ਫਿਰ ਜਿੰਨੇ ਵੀ ਹੈ ਸਾਰੀ ਮਾਇਆ ਵੀ ਕਾਰ ਸੇਵਾ ਤੇ ਲੱਗਦੀ ਹੈ। ਬਹੁਰ ਜਾਹੇ ਨਿਜ ਗ੍ਰਹਿ ਮਝਾਰਾ, ਜਿਵੇਂ ਸੇਵਾ ਕਰਕੇ ਕੋਈ ਮਹੀਨਾ ਲਾ ਜਾਂਦਾ, ਕੋਈ 2 ਮਹੀਨੇ, ਕੋਈ 20 ਦਿਨ, ਇਉਂ ਫਿਰ ਆਪਣੇ ਘਰਾਂ ਨੂੰ ਜਾਂਦੇ ਹਨ। ਕੋ 1 ਦਿਨ, ਕੋ 2 ਦਿਨ ਕਰੈ। ਕੋਈ ਇਹ ਨੇ ਜਿਹੜੇ 1 ਦਿਨ ਸੇਵਾ, ਕੋਈ ਭਾਈ 2 ਦਿਨ ਆ ਕੇ ਸੇਵਾ ਕਰਦੇ ਨੇ। ਕੋ 3 ਦਿਨ ਕਰ ਹੈ ਹਿਤ ਧਰੈ, ਕੋਈ ਪ੍ਰੇਮ ਧਾਰ ਕੇ 3 ਦਿਨ ਸੇਵਾ ਵਿੱਚ ਲਾ ਜਾਂਦਾ। ਜਿਸ ਕੋ ਹੋਏ ਕਾਮਨਾ ਆਵੇ, ਜਿਹਨੂੰ ਵੀ ਕੋਈ ਭਾਈ ਇੱਛਾ ਕਾਮਨਾ ਹੁੰਦੀ ਮਹਾਰਾਜ ਦੇ ਦਰ ਤੇ ਆਉਂਦਾ ਹੈ। ਤੀਰਥ ਕਾਰ ਕਰੈ ਚਿਤ ਲਾਵੇ, ਚਿਤ ਲਾ ਕਰਕੇ ਇਸ ਤੀਰਥ ਦੀ ਕਾਰ ਸੇਵਾ ਕਰਦਾ ਹੈ। ਸੋ ਆਪਣੀ ਪੂਰੀ ਕਰ ਲੇਤ, ਤੇ ਉਹ ਭਾਈ ਕਾਮਨਾ ਫਿਰ ਕਾਰ ਸੇਵਾ ਕਰਕੇ ਆਪਣੀ ਕਾਮਨਾ ਨੂੰ ਪੂਰੀ ਕਰ ਲੈਂਦਾ ਹੈ। ਸਦਾ ਬ੍ਰਤ ਕੀਨਸ ਗੁਰ ਦੇਤ, ਤੇ ਗੁਰੂ ਨੇ ਸਦਾ ਬ੍ਰਤ ਲਾਇਆ ਹੋਇਆ। ਮਹਾਰਾਜ ਭਾਈ ਬਖਸ਼ਿਸ਼ਾਂ ਕਰ ਰਹੇ ਹਨ, ਕਿਰਪਾ ਕਰ ਰਹੇ ਹਨ। ਇਉਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਤੇ ਸੇਵਾ ਹੁੰਦੀ ਹੈ। ਆਓ ਹੁਣ ਟਾਈਮ ਹੋ ਗਿਆ ਹੈ, ਬਾਕੀ ਇਤਿਹਾਸ ਆਪਾਂ ਕੱਲ ਦੇ ਸਮੇਂ
ਪੜਾਂ ਸੁਣਾਂਗੇ ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।